ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 16ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਾਂਗੇ। ਇਸ ਦੇ ਨਾਲ ਜੋ ਸ਼ਲੋਕ ਹੈ ਮਹਿਲਾ ਚੌਥਾ। ਮਹਿਲਾ ਚੌਥਾ, ਜੇ ਹੁੰਦੇ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜੇ ਹੁੰਦੇ ਗੁਰੂ ਬਹਿ ਟਿਕਿਆ, ਜਿਸ ਨੂੰ ਗੁਰੂ ਨੇ ਆਪਣੀ ਜ਼ਿੰਦਗੀ ਵਿੱਚ ਮਾਣ ਬਖਸ਼ਿਆ ਹੋਵੇ, ਉਸ ਇਨਸਾਨ ਦੀ ਵਡਿਆਈ ਵੱਡੀ ਹੁੰਦੀ ਹੈ, ਉਸ ਇਨਸਾਨ ਦੀ ਸ਼ੋਭਾ ਵੱਡੀ ਹੁੰਦੀ ਹੈ। ਹੁੰਦੇ ਗੁਰੂ ਦਾ ਮਤਲਬ ਆਪਣੀ ਹੋਂਦ ਵਿੱਚ, ਆਪਣੇ ਹੁੰਦਿਆਂ, ਆਪਣੀ ਹਜ਼ੂਰੀ ਵਿੱਚ ਜਿਸ ਮਨੁੱਖ ਨੂੰ ਟਿਕਿਆ ਦਾ ਮਤਲਬ ਮਾਣ ਦਿੱਤਾ, ਉਹਦੀ ਵਡਿਆਈ ਵੱਡੀ ਹੁੰਦੀ ਹੈ। ਤੇ ਗੁਰੂ ਵੱਲੋਂ ਮਾਣ ਉਸ ਨੂੰ ਮਿਲਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਪੂਰਾ ਉਤਰਦਾ ਹੈ। ਉਸ ਨੂੰ ਗੁਰੂ ਘਰ ਦੇ ਵਿੱਚ ਮਾਣ ਮਿਲਿਆ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਦੀ ਮਿਲੀ, ਗੁਰੂ ਅਮਰਦਾਸ ਜੀ, ਯਾਨੀ ਜੋ ਵੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਪੂਰਾ ਉਤਰਦਾ ਹੈ, ਉਸ ਇਨਸਾਨ ਨੂੰ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਕਿਉਂਕਿ ਉਹਨੇ ਗੁਰੂ ਦੇ ਸਿਧਾਂਤਾਂ ਨੂੰ ਅਪਣਾਇਆ ਹੁੰਦਾ ਹੈ। ਇਸ ਜਨ ਕੋ ਜਗਤ ਨਿਵਿਆ, ਸਭ ਪੈਰੀ ਪਿਆ, ਦਸ ਵਰਤਿਆ ਲੋਈ। ਇਹਨੂੰ ਲੋਈ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ ਲੋਈ। ਸਭ ਪੈਰੀ ਪਿਆ ਨਹੀਂ, ਪੈਰੀ। ਤਿਸ ਜਗਤ ਨਿਵਿਆ, ਸਭ ਪੈਰੀ ਪਿਆ, ਦਸ ਵਰਤਿਆ ਲੋਈ। ਉਸ ਦੇ ਅੱਗੇ ਸਾਰਾ ਸੰਸਾਰ ਨਿਉਂਦਾ ਹੈ, ਭਾਵ ਉਹਨੂੰ ਮਾਣ ਕਰਦਾ ਹੈ। ਸਭ ਪੈਰੀ ਪਿਆ, ਸਾਰੇ ਉਹਦੀ ਚਰਨੀ ਲੱਗਦੇ ਨੇ, ਯਾਨੀ ਉਸ ਦਾ ਸਤਿਕਾਰ ਕਰਦੇ ਨੇ। ਜਸ ਵਰਤਿਆ ਲੋਈ, ਤੇ ਸਾਰੇ ਜਗਤ ਦੇ ਅੰਦਰ ਉਹਦੀ ਸ਼ੋਭਾ ਖਿਲਰ ਜਾਂਦੀ। ਉਸ ਰਾਹ ਤੇ ਆਮ ਇਨਸਾਨ ਚੱਲਣਾ ਚਾਹੁੰਦਾ ਹੈ ਔਰ ਸੁਖ, ਆਨੰਦ, ਖੇੜਾ, ਪ੍ਰਸੰਨਤਾ ਮਾਨਣਾ ਚਾਹੁੰਦਾ ਹੈ ਜਦੋਂ ਉਹਦੀ ਸ਼ੋਭਾ ਨੂੰ ਉਹ ਸੁਣਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਸ ਇਨਸਾਨ ਨੂੰ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਸਾਰੇ ਸੰਸਾਰ ਦੇ ਅੰਦਰ ਉਹਦੀ ਸ਼ੋਭਾ ਖਿਲਰ ਜਾਂਦੀ ਹੈ। ਤੇ ਸ਼ੋਭਾ ਕਿਸ ਦੀ ਖਿਲਰੇਗੀ? ਜਿਸ ਦੇ ਵਿੱਚ ਗੁਣ ਹੋਣਗੇ। ਹੁਣ ਜਿਸ ਦੇ ਅੰਦਰ ਬੁਰਾਈ ਹੋਏਗੀ, ਉਹਦੀ ਸ਼ੋਭਾ ਨਹੀਂ ਹੁੰਦੀ, ਇਸ ਲਈ ਉਹਦਾ ਮਾਣ, ਆਦਰ, ਸਤਿਕਾਰ ਸਾਰੇ ਸੰਸਾਰ ਦੇ ਵਿੱਚ ਖਿਲਰਦਾ ਹੈ ਔਰ ਸੰਸਾਰ ਦੇ ਲੋਕ ਉਹਦਾ ਆਦਰ ਸਤਿਕਾਰ ਕਰਦੇ ਨੇ। ਇਸ ਜਨ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਕੇ ਮਸਤਕ ਹੱਥ ਧਰਿਆ ਗੁਰ ਪੂਰੇ, ਸੋ ਪੂਰਾ ਹੋਈ। ਜਿਹਦੇ ਮਸਤਕ ਤੇ ਗੁਰੂ ਨੇ ਹੱਥ ਧਰਿਆ ਹੈ, ਪੂਰੇ ਗੁਰੂ ਨੇ, ਉਹ ਇਨਸਾਨ ਵੀ ਪੂਰਾ ਹੋ ਜਾਂਦਾ ਹੈ। ਬ੍ਰਹਿਮੰਡ, ਖੰਡ ਬ੍ਰਹਿਮੰਡ ਦਾ ਮਤਲਬ ਸਾਰੀ ਸ੍ਰਿਸ਼ਟੀ। ਸਾਰੀ ਸ੍ਰਿਸ਼ਟੀ ਉਹਦੇ ਨਮਸਕਾਰ ਕਰਦੀ ਹੈ ਉਸਨੂੰ। ਇਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਕੇ ਮਸਤਕ ਹੱਥ ਧਰਿਆ ਗੁਰ ਪੂਰੇ, ਸੋ ਪੂਰਾ ਹੋਈ। ਖੰਡਾਂ ਬ੍ਰਹਿਮੰਡਾਂ ਦੇ ਜੀਵ ਜੰਤ ਉਹਨੂੰ ਨਮਸਕਾਰ ਕਰਦੇ ਨੇ, ਭਾਵ ਉਸ ਦਾ ਆਦਰ ਕਰਦੇ ਨੇ, ਕਿਉਂਕਿ ਜਿਸ ਦੇ ਮਸਤਕ ਦੇ ਉੱਤੇ ਗੁਰੂ ਹੱਥ ਧਰਦਾ ਹੈ, ਉਹ ਇਨਸਾਨ ਪੂਰਾ ਹੋ ਜਾਂਦਾ ਹੈ, ਉਹਦੇ ਅੰਦਰ ਕੋਈ ਅਧੂਰਾਪਨ ਨਹੀਂ ਰਹਿੰਦਾ। ਇਹ ਚੀਜ਼ ਸਮਝਣ ਵਾਲੀ ਹੈ, ਜੋ ਗੁਰੂ ਦਾ ਮਸਤਕ ਦੇ ਉੱਤੇ ਹੱਥ ਹੈ, ਇਹ ਚੀਜ਼ ਸਮਝਣ ਵਾਲੀ ਹੈ। ਗੁਰੂ ਦੇ ਮਸਤਕ ਦੇ ਉੱਤੇ ਹੱਥ ਰੱਖਣ ਦਾ ਮਤਲਬ ਹੈ ਕਿ ਜਿਸ ਨੂੰ ਗੁਰੂ ਨੇ ਮੱਤ ਬਖਸ਼ੀ ਹੈ। ਸਾਡਾ ਸਿਰ ਹੈ ਨਾ, ਸਿਰ ਦੇ ਵਿੱਚ ਸਾਡਾ ਦਿਮਾਗ ਹੈ, ਦਿਮਾਗ ਵਿੱਚ ਸਾਡੀ ਮੱਤ ਹੈ, ਮਨ ਹੈ, ਬੁੱਧ ਹੈ। ਤਾਂ ਜਿਹਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ, ਭਾਵ ਜਿਸ ਨੂੰ ਗੁਰੂ ਨੇ ਆਪਣੀ ਮੱਤ ਬਖਸ਼ੀ ਔਰ ਗੁਰੂ ਦੀ ਮੱਤ ਅਨੁਸਾਰ ਜਿਸ ਨੇ ਜੀਵਨ ਸ਼ੁਰੂ ਕੀਤਾ, ਉਹ ਇਨਸਾਨ ਪੂਰਾ ਹੋ ਗਿਆ, ਭਾਵ ਉਹਦੇ ਅੰਦਰ ਕੋਈ ਅਧੂਰਾਪਨ ਨਹੀਂ ਰਹਿੰਦਾ। ਉਹ ਪੂਰਨ ਇੱਕ ਇਨਸਾਨ ਹੋ ਜਾਂਦਾ ਹੈ, ਉਹ ਰੱਬ ਵਰਗਾ ਹੋ ਜਾਂਦਾ ਹੈ, ਉਹਦੇ ਅੰਦਰ ਕੋਈ ਕਮੀ, ਕੋਈ ਦੋਸ਼ ਨਹੀਂ ਰਹਿ ਜਾਂਦਾ, ਤੇ ਉਹਨੂੰ ਸਾਰੇ ਹੀ ਜਗਤ ਦੇ ਲੋਕ ਮਾਣ, ਆਦਰ ਔਰ ਸਤਿਕਾਰ ਦਿੰਦੇ ਨੇ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਅਧੂਰਾਪਨ ਦੂਰ ਹੋਵੇ, ਤਾਂ ਸਾਨੂੰ ਵੀ ਚਾਹੀਦਾ ਹੈ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਆਪਣੇ ਮਨ ਦੀ ਮੱਤ ਨੂੰ ਛੱਡੀਏ, ਸੀਮਤ ਸੋਚ ਨੂੰ ਛੱਡ ਕੇ ਗੁਰੂ ਦੀ ਅਸੀਮ ਵਿਸ਼ਾਲ ਸੋਚ ਨੂੰ ਅਪਣਾਉਣ ਦਾ ਯਤਨ ਕਰੀਏ। ਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ, ਅੱਪੜ ਕੋ ਨਾ ਸਕਾਈ। ਸਤਿਗੁਰੂ ਦੀ ਜੋ ਵਡਿਆਈ ਹੈ,
ਉਹ ਨਿਤ ਨਿਤ ਸਵਾਈ ਸਵਾਈ ਚੜ੍ਹਦੀ ਹੈ। ਭਾਵ ਜਿਵੇਂ ਅਸੀਂ ਇੱਕ ਮੁਹਾਵਰਾ ਨਾ, ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰਨਾ, ਭਾਵ ਕਿ ਹਰ ਦਿਨ ਉਹ ਵਡਿਆਈ ਵੱਧਦੀ ਹੈ, ਘਟਦੀ ਨਹੀਂ ਹੈ। ਅੱਪੜ ਕੋ ਨਾ ਸਕੂਈ, ਤੇ ਗੁਰੂ ਦੀ ਵਡਿਆਈ ਕੋਈ ਕਰ ਨਹੀਂ ਸਕਦਾ। ਉਹਦੀ ਵਡਿਆਈ ਨੂੰ ਅੱਪੜ ਕੋਈ ਨਹੀਂ ਸਕਦਾ, ਗੁਰੂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਜੋ ਗੁਰੂ ਦੇ ਰਾਹਾਂ ਤੇ ਤੁਰਨ ਵਾਲਾ ਹੈ, ਉਹਦੀ ਵਡਿਆਈ ਵੀ ਹਰ ਰੋਜ਼ ਚੜ੍ਹਦੀ ਸਵਾਈ ਹੈ। ਉਹਦਾ ਮੁਕਾਬਲਾ ਵੀ ਕਿਸੇ ਤੋਂ ਨਹੀਂ ਹੁੰਦਾ, ਉਹਦੀ ਬਰਾਬਰੀ ਵੀ ਕੋਈ ਨਹੀਂ ਕਰਦਾ। ਹੁਣ ਦੇਖੋ, ਗੁਰੂ ਸਾਹਿਬ ਜੀ ਨੇ ਵਡਿਆਈ ਬਖਸ਼ੀ ਕਿਹਨਾਂ ਨੂੰ? ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਾਂ ਜਿਨ੍ਹਾਂ ਦਾ ਨਾਮ ਅਸੀਂ ਰੋਜ਼ ਅਰਦਾਸ ਵਿੱਚ ਲੈਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਇਹਨਾਂ ਵਰਡਿੰਗ ਬੜੀ ਕਮਾਲ ਦੀ ਹੈ, ਔਰ ਇਧਰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਿਨ੍ਹਾਂ ਨੇ ਬੰਦ ਬੰਦ ਕਟਾਏ, ਉਹਨਾਂ ਵਿੱਚੋਂ ਨਾਮ ਸਾਡੇ ਕੋਲ ਇਤਿਹਾਸ ਵਿੱਚ ਭਾਈ ਮਣੀ ਸਿੰਘ ਜੀ ਦਾ ਪਹੁੰਚਦਾ ਹੈ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਗਰਮ ਜਮੂਰਾਂ ਨਾਲ ਨੋਚਿਆ ਵੀ ਗਿਆ, ਔਰ ਉਹਨਾਂ ਦੇ ਹੱਥ ਪੈਰ ਵੀ ਕੱਟੇ ਗਏ। ਲੇਕਿਨ ਹੋਰ ਅਨੇਕਾਂ ਲੋਕ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ, ਉਹਨਾਂ ਦੇ ਨਾਮ ਸਾਡੇ ਤੱਕ ਨਹੀਂ ਪਹੁੰਚੇ, ਇਤਿਹਾਸ ਸਾਂਭਿਆ ਨਹੀਂ ਗਿਆ। ਪਰ ਇਹ ਵਰਡਿੰਗ ਜਿਹੜੀ ਸਾਨੂੰ ਦੱਸਦੀ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਕਿ ਧਰਮ ਵਾਸਤੇ ਸ਼ੀਸ ਸਿਰਫ ਸਿੰਘਾਂ ਨੇ ਨਹੀਂ ਦਿੱਤੇ, ਸਿੰਘਣੀਆਂ ਨੇ ਵੀ ਦਿੱਤੇ। ਇਸ ਕਰਕੇ ਸਿੰਘਾਂ ਸਿੰਘਣੀਆਂ ਨੇ ਸ਼ਬਦ ਸਾਂਝਾ ਵਰਤਿਆ, ਜਿਨ੍ਹਾਂ ਦੇ ਇਤਿਹਾਸ ਵਿੱਚ ਨਾਮ ਨਹੀਂ ਆ ਸਕੇ। ਇਸ ਲਈ ਉਹਨਾਂ ਸਾਰਿਆਂ ਨੂੰ ਯਾਦ ਕੀਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਾਏ। ਬੰਦ ਬੰਦ ਸਿੰਘਣੀਆਂ ਦੇ ਵੀ ਕੱਟੇ ਗਏ, ਪਰ ਨਾਮ ਨਹੀਂ ਪਹੁੰਚ ਪਾਏ ਇਤਿਹਾਸ ਵਿੱਚ। ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ। ਤਾਂ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਵਡਿਆਈ ਬਖਸ਼ੀ ਨਾ, ਤਾਂ ਉਹਨਾਂ ਦੀ ਬਰਾਬਰੀ ਕੌਣ ਕਰ ਲਵੇਗਾ? ਜੇ ਹੁਣ ਮੀਰ ਮੰਨੂ ਦੇ ਜੇਲ੍ਹ ਵਿੱਚ ਜੋ ਬੀਬੀਆਂ ਤਸੀਹੇ ਸਹਿ ਰਹੀਆਂ ਨੇ, ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਗਲਿਆਂ ਵਿੱਚ ਹਾਰ ਪਵਾ ਲਏ ਨੇ, ਲੇਕਿਨ ਸਿੱਖੀ ਨੂੰ, ਸੱਚ ਨੂੰ, ਗੁਰੂ ਦੇ ਰਾਹ ਨੂੰ ਛੱਡਿਆ ਨਹੀਂ, ਹੁਣ ਉਹਨਾਂ ਨੂੰ ਮਾਣ ਤੇ ਮਿਲੇਗਾ, ਸਤਿਕਾਰ ਤੇ ਮਿਲੇਗਾ ਨਾ। ਤੇ ਜੇ ਕੋਈ ਆਮ ਔਰਤ ਚਾਹੇ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੀ, ਕਿ ਮੈਨੂੰ ਵੀ ਉਹ ਮਾਣ ਸਤਿਕਾਰ ਮਿਲੇ, ਤਾਂ ਕਿਵੇਂ ਮਿਲੇਗਾ? ਉਹਨਾਂ ਦੀ ਬਰਾਬਰੀ ਉਹ ਕਿਵੇਂ ਕਰ ਸਕਦੀ ਹੈ? ਹੁਣ ਜਿਹੜੇ ਸਿੰਘਾਂ ਨੇ ਬੰਦ ਬੰਦ ਕਟਾਏ ਨੇ, ਭਾਈ ਮਨੀ ਸਿੰਘ ਜੀ ਨੇ, ਭਾਈ ਤਾਰੂ ਸਿੰਘ ਜੀ ਨੇ, ਖੋਪਰੀਆਂ ਲੋਹਾਈਆਂ ਨੇ ਜਿਨ੍ਹਾਂ ਨੇ, ਉਹਨਾਂ ਨੂੰ ਮਾਣ ਤੇ ਮਿਲੇਗਾ ਨਾ। ਖੋਪਰੀ ਲੁਹਾ ਲਈ ਹੈ, ਪਰ ਉਹਨਾਂ ਨੇ ਕੇਸ ਨਹੀਂ ਕਟਾਏ। ਖੋਪਰੀ ਲੁਹਾ ਲਈ ਹੈ, ਸਿੱਖੀ ਨੂੰ ਨਹੀਂ ਛੱਡਿਆ। ਚਰਖੜੀ ਤੇ ਚੜ ਗਏ ਨੇ, ਤੂੰਬੇ ਤੂੰਬੇ ਉਡਾ ਦਿੱਤੇ ਗਏ ਨੇ, ਪਰ ਉਹਨਾਂ ਨੇ ਆਪਣੇ ਸੱਚ ਨੂੰ ਛੱਡਿਆ ਨਹੀਂ। ਉਹਨਾਂ ਨੂੰ ਮਾਣ ਤੇ ਮਿਲੇਗਾ ਨਾ। ਤੇ ਜੇ ਮੈਂ ਚਾਹਾਂ ਕਿ ਮੈਨੂੰ ਵੀ ਉਹਨਾਂ ਵਾਲਾ ਮਾਣ ਮਿਲੇ, ਫਿਰ ਭੁੱਲ ਹੈ ਨਾ ਮੇਰੀ, ਮੈਨੂੰ ਤਾਂ ਉਹ ਮਾਣ ਨਹੀਂ ਮਿਲ ਸਕਦਾ। ਮੈਂ ਉਹਨਾਂ ਦੀ ਬਰਾਬਰੀ ਕਿਵੇਂ ਕਰ ਸਕਦਾ? ਮੈਂ ਕਿ ਕੁਛ ਕੀਤਾ ਹੀ ਨਹੀਂ। ਤਾਂ ਉਹਨਾਂ ਨੂੰ ਕੋਈ ਆਮ ਜਿਹੜਾ ਬੰਦਾ ਹੈ ਉਹ ਅੱਪੜ ਨਹੀਂ ਸਕਦਾ। ਜਿਹੜੀ ਵਡਿਆਈ ਉਹਨਾਂ ਨੂੰ ਮਿਲਦੀ ਹੈ, ਉਹ ਗੁਰੂ ਦੀ ਵਡਿਆਈ, ਔਰ ਨਿਤ ਚੜ੍ਹਦੀ ਹੈ। ਜਦੋਂ ਤੱਕ ਦੁਨੀਆ ਰਹੇਗੀ, ਉਹਨਾਂ ਨੂੰ ਮਾਣ ਆਦਰ ਮਿਲੇਗਾ। ਅੱਜ ਵੀ ਜੇ ਕੋਈ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ ਪੂਰਨ ਤੌਰ ਤੇ, ਤਾਂ ਅੱਜ ਵੀ ਉਹਨੂੰ ਮਾਣ ਮਿਲੇਗਾ। ਆਉਣ ਵਾਲੇ ਸਮੇਂ ਦੇ ਅੰਦਰ ਜੇ ਕੋਈ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਤਾਂ ਆਉਣ ਵਾਲੇ ਸਮੇਂ ਵਿੱਚ ਵੀ ਉਹਨੂੰ ਮਾਣ ਮਿਲੇਗਾ। ਜੋ ਪਿਛਲੇ ਸਮੇਂ ਵਿੱਚ ਤੁਰੇ ਨੇ, ਉਹਨਾਂ ਨੂੰ ਮਾਣ ਮਿਲਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਵਡਿਆਈ ਹਰ ਰੋਜ਼ ਵੱਧਦੀ ਹੈ, ਘਟਦੀ ਨਹੀਂ। ਉਹਦੇ ਤੇ ਕੋਈ ਬਰਾਬਰੀ ਕਰ ਨਹੀਂ ਸਕਦਾ, ਉੱਥੋਂ ਤੱਕ ਆਮ ਬੰਦਾ ਪਹੁੰਚ ਨਹੀਂ ਪਾਉਂਦਾ। ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ। ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਆਪਣੇ ਸੇਵਕ ਨਾਨਕ ਨੂੰ ਸਿਰਜਣਹਾਰ ਪ੍ਰਭੂ ਨੇ ਆਪ ਮਾਣ ਬਖਸ਼ਿਆ ਹੈ। ਇਸ ਕਰਕੇ ਪ੍ਰਭੂ ਆਪ ਹੀ ਲਾਜ ਰੱਖਦਾ ਹੈ। ਆਪੇ ਪੈਜ ਰੱਖੈ, ਪੈਜ ਦਾ ਮਤਲਬ ਇੱਜ਼ਤ। ਆਪਣੇ ਸੇਵਕ ਨਾਨਕ ਨੂੰ ਸਿਰਜਣਹਾਰ ਪ੍ਰਭੂ ਨੇ ਆਪ ਮਾਣ ਬਖਸ਼ਿਆ, ਇਸ ਕਰਕੇ ਪੈਜ ਵੀ ਪ੍ਰਭੂ ਆਪ ਰੱਖਦਾ ਹੈ। ਹੁਣ ਮਾਣ ਬਖਸ਼ਿਆ, ਕਿਵੇਂ ਮਾਣ ਬਖਸ਼ਿਆ ਹੈ? ਚੀਜ਼ ਸਮਝਣ ਵਾਲੀ ਹੈ ਨਾ। ਗੁਰੂ ਨੇ ਮੱਤ ਦਿੱਤੀ ਹੈ, ਗੁਰੂ ਨੇ ਵੇ ਆਫ ਲਾਈਫ ਦਿੱਤਾ ਹੈ, ਜੀਵਨ ਦੇ ਸਿਧਾਂਤ ਸਮਝਾਏ ਨੇ, ਤੇ ਉਹਨਾਂ ਸਿਧਾਂਤਾਂ ਨੂੰ ਜਿਸਨੇ ਵੀ ਮੰਨਿਆ ਹੈ, ਉਹਨੂੰ ਮਾਣ ਮਿਲਿਆ ਹੈ। ਜੇ ਗੁਰੂ ਸਾਹਿਬਾਨ ਦੀ ਅਸੀਂ ਗੱਲ ਕਰੀਏ, ਤਾਂ ਗੁਰੂ ਸਾਹਿਬਾਨ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ। ਉਹਨਾਂ ਨੂੰ ਗੁਰੂ ਨੇ, ਪ੍ਰਭੂ ਨੇ ਮਾਣ ਬਖਸ਼ਿਆ ਹੈ, ਤੇ ਆਪ ਹੀ ਪ੍ਰਭੂ ਉਹਨਾਂ ਦੀ ਪੈਜ ਵੀ ਰੱਖ ਰਿਹਾ, ਕਿਉਂਕਿ ਰਜ਼ਾ ਦੇ ਅੰਦਰ ਚੱਲ ਰਹੇ ਨੇ ਨਾ।
ਰਜਾ ਦੇ ਵਿੱਚ ਚੱਲਣ ਦਾ ਉਪਦੇਸ਼ ਦੇ ਰਹੇ ਨੇ। ਆਪ ਸੱਚੀ ਸੁੱਚੀ ਜ਼ਿੰਦਗੀ ਜੀਵੀ ਹੈ ਔਰ ਸੰਸਾਰ ਨੂੰ ਸੱਚੀ ਸੁੱਚੀ ਜ਼ਿੰਦਗੀ ਜੀਣ ਦਾ ਉਪਦੇਸ਼ ਦਿੱਤਾ ਹੈ। ਆਪ ਕੁਰਬਾਨ ਹੋਏ ਨੇ ਸੱਚ ਵਾਸਤੇ, ਯਾਨੀ ਆਪ ਉਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਹੈ ਨਾ ਗੁਰੂ ਸਾਹਿਬ ਨੇ। ਰੱਬੀ ਮਾਣ ਤਾਂ ਹੀ ਮਿਲਿਆ ਨਾ ਕਿਉਂਕਿ ਰੱਬੀ ਰਜਾ ਦੇ ਵਿੱਚ ਰਹੇ ਨੇ। ਜੇ ਅਸੀਂ ਗੁਰੂ ਸਾਹਿਬ ਦੀ ਗੱਲ ਕਰੀਏ, ਜੇ ਗੁਰੂ ਦੇ ਸਿੱਖਾਂ ਦੀ ਅੱਗੋਂ ਗੱਲ ਕਰੀਏ, ਉਹ ਵੀ ਅੱਜ ਵੀ ਜਿਹੜਾ ਰੱਬੀ ਰਜਾ ਦੇ ਵਿੱਚ ਤੁਰੇਗਾ, ਪ੍ਰਭੂ ਉਹਨੂੰ ਵੀ ਮਾਣ ਦੇਵੇਗਾ ਔਰ ਉਹਦੀ ਪੈਜ ਵੀ ਰੱਖੇਗਾ, ਉਹਦੀ ਲਾਜ ਵੀ ਰੱਖੇਗਾ। ਹੁਣ ਲਾਜ ਰੱਬ ਕਿਵੇਂ ਰੱਖਦਾ ਹੈ? ਦੇਖੋ, ਇੱਜ਼ਤ ਵਾਲੇ ਔਰ ਬੇਇੱਜ਼ਤੀ ਵਾਲੇ ਕੁਝ ਕਰਮ ਹੁੰਦੇ ਨੇ। ਕੁਝ ਕੰਮ ਐਸੇ ਹੁੰਦੇ ਨੇ ਜਿਹੜੇ ਕੰਮ ਕਰਨ ਦੇ ਨਾਲ ਬੰਦੇ ਦੀ ਸਮਾਜ ਵਿੱਚ ਬੇਇੱਜ਼ਤੀ ਹੁੰਦੀ ਹੈ। ਮੰਨ ਲਓ ਮੈਂ ਚੋਰੀ ਕਰਦਾ ਫੜਿਆ ਜਾਂਦਾ ਤਾਂ ਮੇਰੀ ਬੇਇੱਜ਼ਤੀ ਤਾਂ ਹੋਏਗੀ। ਹੁਣ ਤੁਹਾਨੂੰ ਕਲਾਸ ਵਾਲਿਆਂ ਨੂੰ ਪਤਾ ਲੱਗੇ ਕਿ ਮੈਂ ਕਿਸੇ ਜਗ੍ਹਾ ਤੋਂ 10-20 ਪਾਉਂਡ ਚੁੱਕੇ ਨੇ ਚੋਰੀ, ਤਾਂ ਮੇਰੀ ਇੱਜ਼ਤ ਕਿੰਨੀ ਕੁ ਰਹਿ ਜਾਏਗੀ? ਬੇਇੱਜ਼ਤੀ ਹੋਏਗੀ ਨਾ। ਤੇ ਰੱਬ ਮੇਰੀ ਬੇਇੱਜ਼ਤੀ ਹੋਣ ਤੋਂ ਕਿਵੇਂ ਬਚਾਏਗਾ ਮੈਨੂੰ? ਇਹ ਨਹੀਂ ਕਿ ਮੈਂ ਚੋਰੀਆਂ ਕਰਦਾ ਫਿਰਾਂ ਤੇ ਮੇਰੀ ਬੇਇੱਜ਼ਤੀ ਰੱਬ ਨਾ ਹੋਣ ਦੇਵੇ, ਐਵੇਂ ਨਹੀਂ। ਰੱਬ ਮੈਨੂੰ ਬੇਇੱਜ਼ਤੀ ਵਾਲਾ ਕੰਮ ਹੀ ਨਹੀਂ ਕਰਨ ਦੇਵੇਗਾ। ਜਦੋਂ ਮੇਰੇ ਅੰਦਰ ਚੋਰੀ ਦੀ ਭਾਵਨਾ ਆਏਗੀ ਨਾ ਪੈਦਾ, ਕਿ ਮੈਂ ਥੋੜੀ ਬਹੁਤੀ ਚੋਰੀ ਕਰ ਲਵਾਂ, ਤਾਂ ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਰੱਬ ਮੈਨੂੰ ਚੋਰੀ ਕਰਨ ਹੀ ਨਹੀਂ ਦੇਵੇਗਾ। ਐਵੇਂ ਰੱਬ ਪੈਜ ਰੱਖਦਾ ਹੈ। ਇਹ ਹੈ ਰੱਬ ਦੇ ਪੈਜ ਰੱਖਣ ਦਾ। ਗੁਰੂ ਨੇ ਪੈਜ ਰੱਖਦਾ ਹੈ। ਕਿਵੇਂ ਰੱਖਦਾ ਹੈ? ਕਿ ਗੁਰੂ ਸਾਨੂੰ ਕੰਮ ਕਰਨ ਹੀ ਨਹੀਂ ਦਿੰਦਾ। ਭਾਵ ਅਸੀਂ ਦੀ ਗੁਰੂ ਦੀ ਮੱਤ ਮੁਤਾਬਕ ਜਦੋਂ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਉਹ ਕੋਈ ਕਰਮ ਹੀ ਨਹੀਂ ਰਹਿਣਾ ਜਿਹਦੇ ਨਾਲ ਬੇਪੱਤੀ ਹੁੰਦੀ ਹੈ। ਗੁਰੂ ਸਾਡੇ ਤੋਂ ਕੰਮ ਹੀ ਉਹ ਕਰਾਏਗਾ ਜੋ ਮਾਣ ਵਾਲੇ ਨੇ, ਜਿਨ੍ਹਾਂ ਰਾਹੀਂ ਸਾਨੂੰ ਆਦਰ ਮਿਲਦਾ ਹੈ। ਪੌੜੀ, ਕਾਇਆ ਕੋਟ ਅਪਾਰ ਹੈ, ਅੰਦਰ ਹਟ ਨਾਲੇ। ਕਾਇਆ ਦਾ ਮਤਲਬ ਕਿਲਾ, ਅਪਾਰ ਦਾ ਮਤਲਬ ਵੱਡਾ, ਮਜ਼ਬੂਤ। ਅੰਦਰ ਹਟਨਾਲੇ, ਹਟਨਾਲੇ ਦਾ ਮਤਲਬ ਹੁੰਦਾ ਹੈ ਬਾਜ਼ਾਰ। ਸਰੀਰ ਇੱਕ ਸੁੰਦਰ ਕਿਲਾ ਹੈ ਤੇ ਇਹ ਕਿਲੇ ਦੇ ਅੰਦਰ ਮਾਨੋ ਬਾਜ਼ਾਰ ਵੀ ਨੇ। ਜਿਵੇਂ ਕਿਲਾ ਹੈ ਨਾ ਬੜਾ ਵੱਡਾ, ਤੇ ਉਸ ਕਿਲੇ ਦੇ ਅੰਦਰ ਲੋਕ ਰਹਿਣ ਵਾਲੇ ਨੇ, ਤੇ ਉਸ ਕਿਲੇ ਦੇ ਅੰਦਰ ਬਾਜ਼ਾਰ ਵੀ ਹੋਣ। ਤਾਂ ਗੁਰੂ ਜੀ ਕਹਿੰਦੇ ਨੇ ਸਰੀਰ ਨੂੰ ਸਮਝ ਲਓ ਇੱਕ ਕਿਲਾ ਹੈ ਤੇ ਇਸ ਕਿਲੇ ਦੇ ਅੰਦਰ ਬਾਜ਼ਾਰ ਨੇ, ਤੇ ਬਾਜ਼ਾਰਾਂ ਦੇ ਅੰਦਰ ਚੀਜ਼ਾਂ ਹੁੰਦੀਆਂ ਨੇ ਨਾ ਬੜੀਆਂ ਕੀਮਤੀ। ਹੁਣ ਇਹ ਸਰੀਰ ਇੱਕ ਕਿਲਾ ਹੈ ਤੇ ਇਹਦੇ ਅੰਦਰ ਬਾਜ਼ਾਰ ਕਿਹੜੇ ਨੇ? ਜਿਹੜੇ ਸਾਡੇ ਗਿਆਨ ਇੰਦਰੇ ਨੇ, ਸਾਡੀਆਂ ਅੱਖਾਂ ਨੇ, ਕੰਨ ਹੈ, ਨੱਕ ਹੈ, ਜ਼ਬਾਨ ਹੈ। ਇਹ ਗਿਆਨ ਇੰਦਰੇ ਮਾਨੋ ਬਾਜ਼ਾਰ ਨੇ। ਇਹ ਸਾਡੇ ਇਸ ਕਿਲੇ ਦੇ ਬਾਜ਼ਾਰ ਨੇ। ਗੁਰਮੁਖ ਸੌਦਾ ਜੋ ਕਰੇ, ਹਰ ਵਸਤ ਸੰਭਾਲੇ। ਹੁਣ ਇੱਥੇ ਅਸੀਂ ਸੌਦਾ ਖਰੀਦਣਾ ਹੈ। ਇਹ ਸਰੀਰ ਕਿਲੇ ਵਿੱਚ ਰਹਿੰਦੇ ਆ, ਸੌਦਾ ਖਰੀਦਣਾ ਹੈ। ਬਾਜ਼ਾਰਾਂ ਦੇ ਵਿੱਚ ਅਸੀਂ ਕੁਝ ਚੀਜ਼ਾਂ ਟਿਕਾਣੀਆਂ ਨੇ, ਤੇ ਹੁਣ ਕੀ ਟਿਕਾਣਾ ਚਾਹੋਗੇ, ਕੀ ਖਰੀਦਣਾ ਚਾਹੋਗੇ ਇਹਨਾਂ ਬਾਜ਼ਾਰਾਂ ਚੋਂ? ਇਹ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਕਿ ਇਹ ਜ਼ਬਾਨ ਦੇ ਨਾਲ ਚਾਹੇ ਤਾਂ ਇਹ ਸੱਚ ਖਰੀਦ ਲਵੇ, ਸੱਚ ਬੋਲੇ, ਤੇ ਚਾਹੇ ਤੇ ਇਸ ਜ਼ਬਾਨ ਰਾਹੀਂ ਝੂਠ ਖਰੀਦ ਲੈ, ਝੂਠ ਬੋਲੀ ਜਾਏ, ਈਰਖਾ ਵਾਲੇ ਬੋਲ ਬੋਲੀ ਜਾਏ। ਅੱਖਾਂ ਦੇ ਨਾਲ ਚਾਹੇ ਤਾਂ ਸਭ ਵਿੱਚ ਰੱਬੀ ਜੋਤ ਨੂੰ ਤੱਕੇ, ਤੇ ਚਾਹੇ ਤਾਂ ਇਹ ਮਾੜੀ ਨਜ਼ਰ ਪੈਦਾ ਕਰ ਲੈ। ਇਹਦੀ ਆਪਣੀ ਮਰਜ਼ੀ ਹੈ ਨਾ। ਗੁਰਮੁਖ ਸੌਦਾ ਜੋ ਕਰੇ, ਇੱਥੇ ਗੁਰਮੁਖ ਦੇ ਖੱਖੇ ਨਾਲ ਸਿਹਾਰੀ, ਜਿਹਦਾ ਮਤਲਬ ਗੁਰੂ ਦੇ ਜਰੀਏ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜਿਹੜਾ ਮਨੁੱਖ ਸੌਦਾ ਕਰਦਾ ਹੈ, ਯਾਨੀ ਵਪਾਰ ਕਰਦਾ ਹੈ, ਜੀਵਨ ਜ਼ਿੰਦਗੀ ਜੀਂਦਾ ਹੈ, ਹਰ ਵਸਤ ਸੰਭਾਲੇ, ਉਹ ਪ੍ਰਭੂ ਦੇ ਗੁਣਾਂ ਦੀ ਵਸਤੂ ਨੂੰ ਸੰਭਾਲਦਾ ਹੈ, ਰੱਬ ਰੂਪੀ ਵਸਤੂ ਨੂੰ ਉਹ ਸੰਭਾਲਦਾ ਹੈ, ਉਹਨੂੰ ਗੁਆਚਣ ਨਹੀਂ ਦਿੰਦਾ। ਰੱਬ ਦੇ ਜਿਹੜੇ ਗੁਣ ਨੇ, ਸੱਚ ਹੈ, ਦਇਆ ਹੈ, ਪ੍ਰੇਮ ਹੈ, ਇਹਨਾਂ ਨੂੰ ਸੰਭਾਲਦਾ ਹੈ ਉਹ। ਗੁਰਮੁਖ ਸੌਦਾ ਜੋ ਕਰੇ, ਹਰ ਵਸਤ ਸੰਭਾਲੇ। ਇਹਨੂੰ ਸੰਭਾਲੇ ਥੋੜਾ ਜਿਹਾ ਪਹਾੜਾ ਬੋਲਾਂਗੇ, ਸੰਭਾਲੇ। ਉਹ ਰੱਬੀ ਵਸਤੂ ਨੂੰ ਸੰਭਾਲ ਕੇ ਰੱਖਦਾ ਹੈ। ਦੇਖੋ, ਰੱਬ ਹੈ ਤੇ ਸਾਰਿਆਂ ਦੇ ਅੰਦਰ, ਰੱਬੀ ਗੁਣ ਸਾਰਿਆਂ ਵਿੱਚ ਵੀ ਨੇ, ਸੱਚਾਈ, ਦਇਆ, ਪ੍ਰੇਮ ਸਾਰਿਆਂ ਵਿੱਚ ਨੇ। ਆਪਾਂ ਰੋਜ਼ ਬੇਨਤੀ ਕਰ ਰਿਹਾ ਮੈਂ, ਕਿਉਂਕਿ ਇਹ ਗੱਲਾਂ ਰੋਜ਼ ਆ ਰਹੀਆਂ ਨੇ। ਕੁਝ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲਿਆ ਹੋਇਆ ਹੈ, ਤੇ ਕੁਝ ਲੋਕ ਨੇ ਜਿਨ੍ਹਾਂ ਨੇ ਸੱਚ, ਦਇਆ, ਪ੍ਰੇਮ ਨੂੰ ਗਵਾ ਦਿੱਤਾ ਹੈ, ਤੇ ਉਹ ਈਰਖਾ ਦਵੈਸ਼ ਨੂੰ ਸੰਭਾਲੀ ਬੈਠੇ ਨੇ। ਹੁਣ ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਉਹ ਇਸ ਸੱਚ ਰੂਪ ਵਸਤੂ ਨੂੰ ਸੰਭਾਲੇਗਾ, ਇਹਨੂੰ ਗੁਆਚਣ ਨਹੀਂ ਦੇਵੇਗਾ। ਨਾਮ ਨਿਧਾਨ ਹਰ ਵਣਜੀਐ, ਹੀਰੇ ਪਰਵਾਲੇ।
ਪਰਵਾਲੇ ਕਹਿੰਦੇ ਨੇ ਮੂੰਗੇ, ਸੁੱਚੇ ਨਗ ਹੁੰਦੇ ਨੇ ਨਾ, ਮੂੰਗਾ, ਹੀਰੇ ਨੇ, ਮੂੰਗੇ ਨੇ, ਇਹ ਬੜੇ ਕੀਮਤੀ ਪਦਾਰਥ ਨੇ। ਹੀਰੇ ਨੂੰ ਤੁਸੀਂ ਜਾਣਦੇ ਹੋ, ਮੂੰਗਾ ਵੀ ਜਾਣਦੇ ਹੋਗੇ, ਨਾਮ ਤਾਂ ਸੁਣਿਆ ਹੀ ਹੈ, ਬੇਸ਼ੱਕ ਅਸੀਂ ਵੇਖਿਆ ਜਾਂ ਨਹੀਂ। ਸੁੱਚੇ ਨਗ ਨੇ ਜਿਹੜੇ, ਤਾਂ ਗੁਰੂ ਜੀ ਕਹਿੰਦੇ ਨੇ ਨਾਮ ਨਿਧਾਨ ਹਰ ਵਣਜੀ ਹੈ। ਨਾਮ ਦਾ ਮਤਲਬ ਹੁਕਮ ਰੂਪ ਖਜ਼ਾਨਾ। ਨਾਮ ਨਿਧਾਨ ਜਿੱਥੇ ਆਏ ਉੱਥੇ ਨਾਮ ਦਾ ਖਜ਼ਾਨਾ ਕੀ ਹੈ? ਗੁਣਾਂ ਦਾ ਖਜ਼ਾਨਾ। ਹੀਰੇ ਪਰਵਾਲੇ ਦਾ ਮਤਲਬ ਬੜੇ ਕੀਮਤੀ। ਤਾਂ ਸਰੀਰ ਕਿਲੇ ਵਿੱਚ ਹੀ ਜੋ ਗੁਣਾਂ ਦਾ ਖਜ਼ਾਨਾ ਹੈ ਉਹ ਵਣਜਿਆ ਜਾ ਸਕਦਾ ਹੈ। ਇਹੋ ਵਖਰ ਸਦਾ ਨਾਲ ਨਿਭਣ ਵਾਲਾ ਹੈ, ਔਰ ਇਹੀ ਹੀਰੇ ਔਰ ਮੂੰਗੇ ਨੇ, ਸ਼ੁਭ ਗੁਣਾ ਰੂਪੀ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ ਉਹ ਇਹ ਵਪਾਰ ਕਰਦੇ ਨੇ, ਔਰ ਸਰੀਰ ਕਿਲੇ ਦੇ ਅੰਦਰ ਹੀ ਇਹ ਵਪਾਰ ਕੀਤਾ ਜਾ ਸਕਦਾ ਹੈ। ਚੀਜ਼ ਸਮਝ ਲੈਣਾ, ਕਿਉਂਕਿ ਕਿਲੇ ਦੇ ਅੰਦਰ ਹੀ ਬਾਜ਼ਾਰ ਨੇ, ਸਰੀਰ ਦੇ ਅੰਦਰ ਕਿਲੇ ਵਿੱਚ ਹੀ ਇਹ ਵਪਾਰ ਕੀਤਾ ਜਾ ਸਕਦਾ ਹੈ, ਬਾਹਰ ਨਹੀਂ। ਜੇ ਜੰਗਲਾਂ ਵਿੱਚ ਜਾਓ ਲੱਭਣ ਲਈ ਰੱਬ ਨੂੰ, ਸੰਸਾਰ ਨੂੰ ਤਿਆਗ ਕੇ, ਤਾਂ ਉੱਥੇ ਨਹੀਂ ਹੈ। ਜੇ ਤੁਸੀਂ ਜਪ ਤਪ ਕਰੋ, ਪੁੰਨ ਦਾਨ ਕਰੋ, ਹੋਰ ਕੁਝ ਕਰੋ, ਬਾਹਰ ਤੀਰਥਾਂ ਤੇ ਨਾਓ, ਤਾਂ ਉੱਥੇ ਨਹੀਂ ਹੈ। ਇਹ ਸ਼ੁਭ ਗੁਣ ਤੁਹਾਡੇ ਅੰਦਰ ਨੇ, ਹਰ ਇੱਕ ਦੇ ਅੰਦਰ ਨੇ। ਸੱਚਾਈ, ਦਇਆ, ਪ੍ਰੇਮ ਆਦਿਕ ਜੋ ਵੀ ਗੁਣ ਨੇ, ਇਨਸਾਨੀਅਤ ਹੈ, ਸੱਚਾਈ ਹੈ, ਉਹ ਸਭ ਅੰਦਰ ਹੈ। ਇਸ ਸਰੀਰ ਦੇ ਅੰਦਰ ਇਹਨਾਂ ਦਾ ਵਪਾਰ ਕੀਤਾ ਜਾ ਸਕਦਾ ਹੈ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ ਉਹ ਇਹਨਾਂ ਕੀਮਤੀ ਗੁਣਾਂ ਦਾ ਵਣਜ ਵਿਹਾਰ ਕਰਦੇ ਨੇ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਮੂੜ ਦਾ ਮਤਲਬ ਕਮਲੇ, ਬੇਤਾਲੇ ਦਾ ਮਤਲਬ ਭੂਤ ਨੇ। ਵਿਣ ਕਾਇਆ ਦਾ ਮਤਲਬ ਸਰੀਰ ਤੋਂ ਬਾਹਰ। ਜੇ ਹੋਰ ਥੈ ਧਨ ਖੋਜਦੇ, ਜਿਹੜੇ ਇਹ ਸੁੱਖਾਂ ਦਾ, ਗੁਣਾਂ ਦਾ ਧਨ ਹੋਰ ਕਿਰੇ ਲੱਭ ਰਹੇ ਨੇ, ਆਪਣੇ ਅੰਦਰੋਂ ਨਹੀਂ ਲੱਭਦੇ, ਤੀਰਥਾਂ ਤੇ ਲੱਭਦੇ ਨੇ। ਸ਼ਾਇਦ ਤੀਰਥਾਂ ਤੇ ਨਾਤਿਆਂ ਸਾਡੀ ਜ਼ਿੰਦਗੀ ਸਮਰ ਜਾਏ। ਸਰੀਰ ਦੇ ਅੰਦਰ ਗੁਣਾਂ ਨੂੰ ਨਹੀਂ ਲੱਭਦੇ, ਲੇਕਿਨ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਨੇ, ਬਾਬੇ ਬਣ ਗਏ ਨੇ, ਸੰਸਾਰ ਛੱਡ ਗਏ ਨੇ। ਗੁਰੂ ਜੀ ਕਹਿੰਦੇ ਨੇ ਸੇ ਮੂੜ ਬੇਤਾਲੇ, ਉਹ ਕਮਲੇ ਨੇ, ਉਹ ਭੂਤ ਨੇ, ਉਹ ਭੂਤ ਨੇ। ਬਾਕੀ ਚੰਬੜਨ ਵਾਲੇ ਭੂਤ ਨਹੀਂ ਹੁੰਦੇ, ਇਹੀ ਭੂਤ ਨੇ ਹੁੰਦੇ ਨੇ, ਜਿਹੜੇ ਆਪਣੇ ਸਰੀਰ ਦੇ ਵਿੱਚ ਗੁਣਾਂ ਦਾ ਵਪਾਰ ਨਹੀਂ ਕਰਦੇ, ਉਹ ਭੂਤ ਨੇ। ਉਹਨਾਂ ਨੂੰ ਹੀ ਭੂਤ ਕਿਹਾ ਜਾ ਰਿਹਾ ਹੈ। ਹੋਰ ਕੋਈ ਭੂਤ, ਪ੍ਰੇਤ, ਜਿੰਨ, ਚੜੇਲ ਚੰਬੜਨ ਵਾਲੇ ਨਹੀਂ ਹੁੰਦੇ। ਇਹ ਅਸੀਂ ਚੀਜ਼ਾਂ ਪਹਿਲੋਂ ਖੁੱਲੇ ਤੌਰ ਤੇ ਵਿਚਾਰ ਚੁੱਕੇ ਹਾਂ। ਬਸ ਅੱਜ ਇੰਨੀ ਬੇਨਤੀ ਕਰਨੀ ਚਾਹਾਂਗਾ ਕਿ ਭੂਤ ਨੇ, ਚੰਬੜਨ ਵਾਲੇ ਨਹੀਂ ਹੁੰਦੇ। ਜਿਹੜੇ ਅਸੀਂ ਮੰਨਦੇ ਹਾਂ ਕਿ ਭੂਤ ਪ੍ਰੇਤ ਨੇ, ਗੁਰਬਾਣੀ ਉਹਨਾਂ ਨੂੰ ਬਿਲਕੁਲ ਨਹੀਂ ਮੰਨਦੀ। ਭੂਤ ਨੇ ਕੌਣ ਨੇ? ਸਾਫ਼ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝ ਆ ਰਹੀ ਹੈ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ। ਮੂੜ ਦਾ ਮਤਲਬ ਕਮਲੇ, ਬੇਤਾਲੇ ਦਾ ਮਤਲਬ ਭੂਤ ਨੇ। ਉਹ ਕਮਲੇ ਨੇ, ਉਹ ਬੇਤਾਲੇ ਨੇ। ਤੇ ਕਮਲੇ ਦੇ ਵਿੱਚ ਔਰ ਸਿਆਣੇ ਵਿੱਚ ਕੀ ਫਰਕ ਹੈ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ, ਪਰ ਫਿਰ ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, ਕਿਉਂਕਿ ਕੁਝ ਵੀਰ ਭੈਣਾਂ ਨਵੇਂ ਆਏ ਨੇ। ਕਮਲੇ ਔਰ ਸਿਆਣੇ ਬੰਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਜੇ ਬਾਹਰੀ ਤੌਰ ਤੇ ਵੇਖੀਏ। ਇੱਕ ਪਾਗਲ ਬੰਦਾ ਜੋ ਪਾਗਲ ਹੋ ਗਿਆ ਦਿਮਾਗੀ ਤੌਰ ਤੇ, ਉਹ ਵੀ ਸੜਕ ਤੇ ਤੁਰਿਆ ਜਾਂਦਾ ਹੈ। ਇੱਕ ਸਿਆਣਾ ਬੰਦਾ ਵੀ ਤੁਰਿਆ ਜਾਂਦਾ। ਪਾਗਲ ਬੰਦਾ ਵੀ ਕੁਝ ਖਾ ਰਿਹਾ ਹੈ, ਸਿਆਣਾ ਵੀ ਖਾ ਰਿਹਾ ਹੈ। ਪਾਗਲ ਨੇ ਵੀ ਕੱਪੜੇ ਪਾਏ ਨੇ, ਸਿਆਣੇ ਬੰਦੇ ਵੀ ਕੱਪੜੇ ਪਾਏ ਨੇ। ਪਾਗਲ ਵੀ ਬੋਲਦਾ ਹੈ, ਸਿਆਣਾ ਵੀ ਬੋਲਦਾ ਹੈ। ਤਾਂ ਇਹਦੇ ਵਿੱਚ ਹੁਣ ਫਰਕ ਕੀ ਹੋਇਆ? ਕਮਲੇ ਔਰ ਸਿਆਣੇ ਵਿੱਚ ਫਰਕ ਕੀ ਹੋਇਆ? ਬਾਹਰੋਂ ਤਾਂ ਸਾਨੂੰ ਇੱਕੋ ਜਿਹੇ ਜਾਪਣਗੇ, ਲੇਕਿਨ ਫਰਕ ਇਹ ਹੈ ਸਿਆਣੇ ਔਰ ਕਮਲੇ ਵਿੱਚ। ਸਿਆਣਾ ਬੰਦਾ ਜੋ ਬੋਲ ਰਿਹਾ ਹੈ, ਉਹਨੂੰ ਪਤਾ ਹੈ ਕਿ ਮੈਂ ਕੀ ਬੋਲ ਰਿਹਾ, ਮੇਰੇ ਇਹਨਾਂ ਬੋਲਾਂ ਦਾ ਰਿਐਕਸ਼ਨ ਕੀ ਹੋਏਗਾ, ਦੂਜੇ ਤੇ ਪ੍ਰਭਾਵ ਕੀ ਪਵੇਗਾ, ਇਹਦਾ ਰਿਜ਼ਲਟ ਕੀ ਨਿਕਲੇਗਾ। ਮੇਰੀ ਲੋਕਾਂ ਨਾਲ ਦੁਸ਼ਮਣੀ ਪਵੇਗੀ, ਮੇਰੀ ਬੇਇੱਜ਼ਤੀ ਹੋਏਗੀ, ਇੱਜ਼ਤ ਹੋਏਗੀ, ਉਹ ਰਿਜ਼ਲਟ ਵਿਚਾਰੇਗਾ। ਪਰ ਕਮਲਾ ਵਿਚਾਰਾ ਬੋਲੀ ਜਾ ਰਿਹਾ, ਉਹਨੂੰ ਪਤਾ ਨਹੀਂ ਮੈਂ ਕੀ ਬੋਲ ਰਿਹਾ, ਇਹਦਾ ਰਿਜ਼ਲਟ ਕੀ ਹੈ, ਪਤਾ ਨਹੀਂ ਉਹਨੂੰ। ਸਿਆਣਾ ਬੰਦਾ ਤੁਰ ਰਿਹਾ ਹੈ, ਉਹਨੂੰ ਪਤਾ ਹੈ ਮੈਂ ਕਿੱਧਰ ਤੁਰਿਆ ਜਾ ਰਿਹਾ, ਮੇਰੀ ਮੰਜ਼ਿਲ ਕੀ ਹੈ। ਪਰ ਕਮਲੇ ਬੰਦੇ ਵਿਚਾਰੇ ਸੜਕਾਂ ਤੇ ਤੁਰੇ ਫਿਰਦੇ ਨੇ, ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਜਾਣਾ ਕਿੱਧਰ ਹੈ, ਮੰਜ਼ਿਲ ਕੋਈ ਨਹੀਂ ਨਾ। ਇਹੀ ਫਰਕ ਹੁੰਦਾ ਹੈ। ਤਾਂ ਜੋ ਬੰਦਾ ਆਪਣੇ ਜੀਵਨ ਦੇ ਕਰਮ ਦਾ ਰਿਜ਼ਲਟ ਨਹੀਂ ਵਿਚਾਰਦਾ ਕਿ ਮੇਰੇ ਬੋਲਾਂ ਦਾ, ਤੱਕਣੀ ਦਾ, ਮੇਰੇ ਬਿਹੇਵੀਅਰ ਦਾ ਰਿਜ਼ਲਟ ਕੀ ਨਿਕਲੇਗਾ, ਕਮਲਾ ਹੀ ਹੈ ਨਾ ਉਹ। ਮੈਂ ਜ਼ਿੰਦਗੀ ਕਾਹਦੇ ਵਾਸਤੇ ਜੀ ਰਿਹਾ, ਇਸ ਦੁਨੀਆ ਤੇ ਮੈਂ ਕਿਉਂ ਹਾਂ, ਮੇਰੀ ਮੈਂਟੈਲਿਟੀ, ਮੇਰੇ ਬੋਲ, ਮੇਰਾ ਬਿਹੇਵੀਅਰ ਕਿਹੋ ਜਿਹਾ ਚਾਹੀਦਾ ਹੈ।
ਜਿਹੜਾ ਬਿਨਾਂ ਸੋਚਣ ਤੋਂ ਹੀ ਕਰੀ ਜਾ ਰਿਹਾ ਕਮਲਾ ਹੀ ਹੋਇਆ ਨਾ। ਬੇਤਾਲੇ ਦਾ ਮਤਲਬ ਭੂਤਨਾ ਹੈ, ਤੇ ਭੂਤਨੇ ਦਾ ਕੰਮ ਹੁੰਦਾ ਹੈ ਦੂਜਿਆਂ ਨੂੰ ਪਰੇਸ਼ਾਨ ਕਰਨਾ। ਜੋ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਕੇ ਪਰੇਸ਼ਾਨ ਕਰੇ ਉਹ ਭੂਤਨਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਸਰੀਰ ਨੂੰ ਛੱਡ ਕੇ ਬਾਹਰ ਜੰਗਲਾਂ ਵਿੱਚ, ਤੀਰਥਾਂ ਤੇ, ਜਪ ਤਪ ਸੰਜਮ ਵਿੱਚ, ਚਾਰ ਚਫੇਰੇ ਸਮਾਧੀਆਂ ਲਾ ਕੇ, ਜਲ ਧਾਰਾਵਾਂ ਕਰਕੇ, ਨੰਗੇ ਪੈਰੀਂ ਫਿਰ ਕੇ ਇਹ ਕੰਮ ਲੱਭਣ ਦਾ ਯਤਨ ਕਰ ਰਹੇ ਨੇ ਗੁਣ, ਉਹ ਕਮਲੇ ਨੇ ਔਰ ਬੇਤਾਲੇ ਨੇ, ਭੂਤਨੇ ਨੇ। ਉਹ ਆਪ ਵੀ ਪਰੇਸ਼ਾਨ ਨੇ, ਲੋਕਾਂ ਨੂੰ ਵੀ ਪਰੇਸ਼ਾਨ ਕਰ ਰਹੇ। ਸੇ ਉਜੜ ਭਰਮ ਭਵਾਈ ਹੈ, ਜਿਉ ਝਾੜ ਮਿਰਗ ਭਾਲੇ। ਉਜੜ ਦਾ ਮਤਲਬ ਉਜਾੜ, ਯਾਨੀ ਜੀਵਨ ਦਾ ਗਲਤ ਰਾਸਤਾ। ਭਵਾਈਏ ਦਾ ਮਤਲਬ ਭਵਾਏ ਜਾਂਦੇ ਨੇ। ਮਿਰਗ ਦਾ ਮਤਲਬ ਹਰਨ, ਤੇ ਝਾੜ ਦਾ ਮਤਲਬ ਹੈ ਝਾੜੀਆਂ। ਜਿਵੇਂ ਕਸਤੂਰੀ ਨੂੰ ਆਪਣੀ ਹੀ ਨਾਭੀ ਵਿੱਚ ਨਾ ਜਾਣਦਾ ਹੋਇਆ ਹਰਨ ਕਸਤੂਰੀ ਦੀ ਵਾਸ਼ਨਾ ਲਈ ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਦੇ ਵਿੱਚ ਫਸੇ ਜੰਗਲਾਂ ਦੇ ਵਿੱਚ ਭਟਕਦੇ ਰਹਿੰਦੇ ਨੇ, ਜੰਗਲਾਂ ਵਿੱਚ ਭਾਲਦੇ ਰਹਿੰਦੇ ਨੇ ਕਿ ਸ਼ਾਇਦ ਸਾਡੀ ਜ਼ਿੰਦਗੀ ਸੁਧਰ ਜਾਏ। ਮਿਰਗ ਦੇ ਕਸਤੂਰੀ ਤੇ ਅੰਦਰ ਹੈ, ਲੇਕਿਨ ਉਹਨੂੰ ਸੁਗੰਧ ਆ ਰਹੀ, ਉਹ ਸਮਝਦਾ ਵੀ ਇਹਨਾਂ ਝਾੜੀਆਂ ਚੋਂ ਆ ਰਹੀ, ਉਹ ਝਾੜੀਆਂ ਦੇ ਵਿੱਚ ਲੱਭਦਾ ਫਿਰਦਾ ਹੈ, ਝਾੜੀਆਂ ਵਿੱਚ ਸੁਗੰਧ ਹੈ ਨਹੀਂ। ਇਸ ਲਈ ਉਹਨੂੰ ਕੋਈ ਟਿਕਾਣਾ ਨਹੀਂ ਲੱਭਦਾ ਕਿ ਇਸ ਝਾੜੀ ਚੋਂ ਆ ਰਹੀ, ਦੂਜੀ ਵਿੱਚ, ਤੀਜੀ ਵਿੱਚ ਟੱਕਰਾਂ ਵਿਚਾਰਾ ਮਾਰਦਾ ਫਿਰਦਾ ਹੈ, ਜੇ ਸੁਗੰਧ ਤੇ ਅੰਦਰ ਸੀ। ਇਸੇ ਤਰ੍ਹਾਂ ਗੁਣ ਤੇ ਸਾਡੇ ਅੰਦਰ ਨੇ, ਅਸੀਂ ਅੰਦਰੋਂ ਪ੍ਰਗਟ ਕਰਨਾ ਹੈ, ਉਹਨਾਂ ਨੂੰ ਯੂਜ਼ ਕਰਨਾ ਹੈ, ਵਰਤੋਂ ਕਰਨੀ ਹੈ। ਸੱਚ ਦਾ ਤੇ ਸਾਨੂੰ ਪਤਾ ਹੈ, ਜਦੋਂ ਅਸੀਂ ਝੂਠ ਬੋਲ ਰਹੇ ਹਾਂ ਸਾਨੂੰ ਪਤਾ ਹੁੰਦਾ ਅਸੀਂ ਝੂਠ ਬੋਲ ਰਹੇ ਹਾਂ। ਸਾਨੂੰ ਹੁਣ ਸਾਰਿਆਂ ਨੂੰ ਇਹ ਤਾਂ ਪਤਾ ਹੈ ਕਿ ਘਰ ਦੇ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ, ਪਤੀ ਪਤਨੀ ਨੂੰ, ਮਾਂ-ਬਾਪ ਨੂੰ, ਬੱਚਿਆਂ ਨੂੰ, ਨੂੰ ਸੱਸ ਨੂੰ, ਰਿਸ਼ਤੇਦਾਰਾਂ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਨੂੰ, ਯਾਰਾਂ ਦੋਸਤਾਂ ਨੂੰ, ਇਹਨਾਂ ਸਾਰਿਆਂ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ। ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਇਹ ਨਹੀਂ ਵੀ ਸਾਨੂੰ ਨਹੀਂ ਪਤਾ। ਹੁਣ ਪਤਾ ਹੁੰਦਿਆਂ ਵੀ ਅਸੀਂ ਬਾਹਰ ਲੱਭ ਰਹੇ ਹਾਂ ਨਾ ਪ੍ਰੇਮ ਗੁਣ, ਪਤਾ ਹੁੰਦਿਆਂ ਕਿ ਸਭ ਕੁਝ ਅੰਦਰ ਹੈ, ਤੇ ਫਿਰ ਬੰਦਾ ਸ਼ਾਂਤੀ ਬਾਹਰ ਲੱਭਦਾ ਫਿਰੇ। ਕੋਈ ਬਾਬਾ ਬਣ ਜਾਏ ਤੇ ਜੰਗਲਾਂ ਵਿੱਚ ਚਲਾ ਜਾਏ ਕਿ ਬਾਬਾ ਬਣਿਆ ਸ਼ਾਂਤੀ ਮਿਲੇਗੀ। ਹੁਣ ਬਾਬੇ ਬਣਨ ਨਾਲ ਸ਼ਾਂਤੀ ਦਾ ਕੀ ਮਤਲਬ ਹੈ? ਗੁਣ ਤੇ ਅੰਦਰ ਨੇ। ਗੁਰੂ ਜੀ ਕਹਿੰਦੇ ਦੇਸ਼ ਛੋੜ ਪਰਦੇਸੈਂ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨ ਪਾਈਏ ਮਹਾਂ ਦੁਖਿਆਰੀ। ਕਿ ਦੇਸ਼ ਛੱਡ ਕੇ ਪਰਦੇਸ਼ ਵਿੱਚ ਚਲਾ ਗਿਆ, ਤੇ ਜਿਹੜੇ ਪੰਜ ਚੰਡਾਲ ਨੇ ਕਾਮ ਕ੍ਰੋਧ ਉਹ ਤੇ ਨਾਲ ਹੀ ਲੈ ਆਇਆ। ਹੁਣ ਅਸੀਂ ਇੱਥੇ ਇੰਗਲੈਂਡ ਵਿੱਚ ਆ ਗਏ, ਤੇ ਇੰਗਲੈਂਡ ਵਿੱਚ ਆਉਣ ਨਾਲ ਇਹ ਥੋੜੀ ਕਿ ਮੇਰਾ ਸੁਭਾਅ ਇੰਡੀਆ ਰਹਿ ਗਿਆ, ਸੁਭਾਅ ਤੇ ਮੈਂ ਆਪਣਾ ਨਾਲ ਲੈ ਆਇਆ, ਸੋਚ ਤੇ ਮੇਰੇ ਨਾਲ ਹੈ। ਇਸ ਮਾੜੀ ਸੋਚ ਕਰਕੇ ਮੈਂ ਇੰਡੀਆ ਦੁਖੀ ਸੀ, ਤੇ ਉਹ ਮਾੜੀ ਸੋਚ ਲੈ ਕੇ ਮੈਂ ਇੰਗਲੈਂਡ ਪਹੁੰਚ ਗਿਆ, ਤੇ ਇੱਥੇ ਵੀ ਦੁਖੀ ਰਹਾਂਗਾ ਨਾ, ਕਿਉਂਕਿ ਦੁਖੀ ਤੇ ਮੈਂ ਸੋਚ ਕਰਕੇ ਆ। ਤੇ ਇੱਥੋਂ ਮੈਂ ਕੈਨੇਡਾ ਚਲਾ ਜਾਵਾਂ, ਅਮਰੀਕਾ ਚਲਾ ਜਾਵਾਂ, ਸੋਚ ਨਾਲ ਲਈ ਜਾ ਰਿਹਾ, ਸੋਚ ਹੀ ਮੇਰੇ ਦੁੱਖ ਦਾ ਕਾਰਨ ਹੈ। ਗੱਲ ਦੇਸ਼ ਬਦਲਣ ਦੀ ਨਹੀਂ ਹੈ, ਗੱਲ ਦੇਸ਼ ਛੱਡਣ ਦੀ ਨਹੀਂ ਹੈ, ਗੱਲ ਗ੍ਰਸਤ ਛੱਡਣ ਦੀ ਨਹੀਂ ਹੈ, ਗੱਲ ਤੇ ਸੋਚ ਦੀ ਹੈ। ਜਿਵੇਂ ਮੈਂ ਇੰਡੀਆ ਤੋਂ ਇੰਗਲੈਂਡ ਆ ਗਿਆ ਤੇ ਆਪਣੀ ਮਾੜੀ ਸੋਚ ਨਾਲ ਲੈ, ਤਾਂ ਮੈਂ ਇੱਥੇ ਵੀ ਦੁਖੀ ਰਹਾਂਗਾ। ਇਸੇ ਤਰ੍ਹਾਂ ਕੋਈ ਘਰ ਨੂੰ ਛੱਡ ਕੇ, ਆਪਣੀ ਪਤਨੀ ਨੂੰ, ਬੱਚਿਆਂ ਨੂੰ, ਮਾਂ-ਬਾਪ ਨੂੰ ਛੱਡ ਕੇ ਤੇ ਬਾਬਾ ਬਣ ਜਾਏ, ਤੇ ਸੋਚ ਉਹੀ ਰਵੇ, ਸੋਚ ਨਾਲ ਲੈ ਜਾਏ, ਤੇ ਕੀ ਉਹ ਬਾਬਾ ਬਣ ਕੇ ਸ਼ਾਂਤ ਹੋ ਜਾਏਗਾ? ਇੰਗਲੈਂਡ ਆਣ ਕੇ ਵੀ ਸੋਚ ਉਹੀ ਹੈ, ਇੰਡੀਆ ਵਿੱਚ ਵੀ ਸੋਚ ਉਹੀ ਸੀ, ਫਰਕ ਕੀ ਪਿਆ? ਘਰ ਵਿੱਚ ਵੀ ਸੋਚ ਸੀ, ਝੂਠ ਬੋਲਦਾ ਸੀ, ਇਮੋਸ਼ਨਲ ਬਲੈਕਮੇਲ ਕਰਦਾ ਸੀ, ਤੇ ਬਾਬਾ ਬਣ ਕੇ ਉਹੀ ਕੰਮ ਕਰ ਰਿਹਾ, ਫਰਕ ਕੀ ਪਿਆ? ਤਿਆਗੀ ਬਣ ਗਿਆ, ਕੀ ਫਰਕ ਪਿਆ? ਹੁਣ ਆ ਪਿੱਛੇ ਕੁੰਭ ਦਾ ਮੇਲਾ ਸੀ ਨਾ, ਤੁਸੀਂ ਵੇਖਿਆ ਹੋਣਾ, ਬਹੁਤ ਜ਼ਿਆਦਾ ਨਾਂਗੇ ਬਾਬੇ, ਜਿਨ੍ਹਾਂ ਨੇ ਕੱਪੜੇ ਵੀ ਨਹੀਂ ਪਾਏ, ਉਹ ਕਹਿੰਦੇ ਸੀ ਤਿਆਗੀਆਂ, ਬਿਲਕੁਲ ਸਿਰਫ ਭੋਜਨ ਚਾਹੀਦਾ ਹੈ, ਕੱਪੜਿਆਂ ਦੀ ਵੀ ਸਾਨੂੰ ਚਿੰਤਾ ਨਹੀਂ। ਪਰ ਉਹ ਜਿਹੜੇ ਨਾਂਗੇ ਬਾਬੇ ਨੇ, ਉਹਨਾਂ ਦੀ ਵੀ ਡਾਂਗ ਖੜਕਦੀ ਆਪਸ ਦੇ ਵਿੱਚ, ਉਹਨਾਂ ਦੇ ਵੀ ਕਤਲ ਹੋ ਜਾਂਦੇ ਨੇ। ਸੋਚ ਤਾਂ ਫਿਰ ਉਹ ਵੀ ਰਹੀ, ਤੇ ਕੱਪੜੇ ਲਾਉਣ ਦਾ ਫਾਇਦਾ ਕੀ ਹੈ? ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੜੀ ਸਰੀਰ ਨੂੰ ਛੱਡ ਕੇ ਆਪਣੇ ਅੰਦਰੋਂ ਗੁਣਾਂ ਦੀ ਖੋਜ ਨਹੀਂ ਕਰਦੇ, ਗੁਣਾਂ ਦੀ ਵਰਤੋਂ ਨਹੀਂ ਕਰਦੇ, ਬਾਹਰ ਜੰਗਲਾਂ ਵਿੱਚ ਫਿਰਦੇ ਨੇ ਤਿਆਗੀ ਬਣ ਕੇ, ਉਹ ਇੰਜ ਨੇ ਜਿਵੇਂ ਹਿਰਨ ਝਾੜੀਆਂ ਦੇ ਵਿੱਚ ਟੱਕਰਾਂ ਮਾਰਦਾ ਫਿਰਦਾ, ਐਵੇਂ ਉਹ ਜੰਗਲਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਨੇ। ਤਾਂ ਹੀ ਬਾਬਾ ਫਰੀਦ ਜੀ ਨੇ ਕਿਹਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੇਂ,
ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਟੁੰਡੇ। ਦੇਖੋ ਕਿੰਨੀ ਸੁੰਦਰ ਮਹਾਨ ਸੇਧ ਸਾਨੂੰ ਦਿੱਤੀ ਜਾ ਰਹੀ ਹੈ ਜੀਵਨ ਜੀਣ ਦੀ, ਕਿ ਤੁਹਾਡੇ ਅੰਦਰ ਸੁੱਖਾਂ ਦੇ ਭੰਡਾਰ ਭਰੇ ਪਏ ਨੇ, ਗੁਣਾਂ ਦੇ ਭੰਡਾਰ ਪਏ ਨੇ, ਉਹਨਾਂ ਨੂੰ ਯੂਜ਼ ਕਰੋ। ਸ਼ਲੋਕ ਮਹਿਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ। ਹੁਣ ਜੋ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਗੁਰੂ ਜੀ ਕਹਿੰਦੇ ਨੇ ਜਗਤ ਦੇ ਅੰਦਰ ਜੀਵਨ ਦੇ ਵਿੱਚ ਔਖਾ ਹੁੰਦਾ ਹੈ, ਦੁਖੀ ਹੁੰਦਾ ਹੈ, ਉਹਨੂੰ ਸੁੱਖ ਨਹੀਂ ਮਿਲਦਾ। ਗੁਰੂ ਦੀ ਨਿੰਦਿਆ ਕਰਨ ਦਾ ਮੀਨਿੰਗ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਬੋਲਣਾ, ਗੁਰੂ ਦੇ ਬਾਣੀ ਤੋਂ ਉਲਟ ਚੱਲਣਾ। ਹੁਣ ਦੇਖੋ ਗੁਰੂ ਦੀ ਨਿੰਦਿਆ ਕੀ ਹੈ? ਗੁਰੂ ਜੀ ਸਾਨੂੰ ਕਹਿ ਰਹੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਤੇ ਜੇ ਕੋਈ ਝੂਠ ਬੋਲਦਾ ਹੈ ਤਾਂ ਫਿਰ ਦੁੱਖ ਤਾਂ ਹੋਏਗਾ ਨਾ। ਗੁਰੂ ਜੀ ਸਾਨੂੰ ਕਹਿੰਦੇ ਨੇ ਪਰ ਤੇਰੇ ਰੂਪ ਨਾ ਪੇਖੇ ਨੇਤਰ, ਕਿ ਪਰਾਈ ਔਰਤ ਨੂੰ ਮਾੜੀ ਨਜ਼ਰ ਦੇ ਨਾਲ ਨਾ ਤੱਕ, ਔਰਤ ਦੀ ਬੁਰਾਈ ਨਾ ਕਰ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਜੇ ਕੋਈ ਫਿਰ ਵੀ ਕਵੇ ਕਿ ਨਹੀਂ ਜੀ ਔਰਤ ਤੇ ਪੈਰ ਦੀ ਜੁੱਤੀ ਹੈ, ਔਰਤ ਤੇ ਧਰਮ ਸਥਾਨ ਵਿੱਚ ਨਹੀਂ ਵੜ ਸਕਦੀ, ਔਰਤ ਤੇ ਅਪਵਿੱਤਰ ਹੈ, ਇਹੀ ਨਿੰਦਿਆ ਨਾ ਗੁਰੂ ਦੀ। ਤੇ ਉਹ ਬੰਦਾ ਫਿਰ ਔਖਾ ਤੇ ਹੋਏਗਾ, ਇਹਨਾਂ ਕੰਮਾਂ ਕਰਕੇ ਔਖਿਆਈ ਤਾਂ ਹੋਏਗੀ, ਦੁਖੀ ਤਾਂ ਹੋਣਾ ਪਵੇਗਾ। ਗੁਰੂ ਜੀ ਸਾਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਤੇ ਜੇ ਕੋਈ ਬੰਦਾ ਕਵੇ ਕਿ ਮੈਂ ਹੁਕਮ ਰਜ਼ਾ ਵਿੱਚ ਨਹੀਂ ਚੱਲਣਾ, ਹੁਕਮ ਤੋਂ ਬਾਹਰ ਚੱਲਣਾ, ਫਿਰ ਔਖਾ ਤੇ ਹੋਏਗਾ ਨਾ, ਦੁਖੀ ਤਾਂ ਹੋਏਗਾ। ਇਸ ਲਈ ਜੋ ਵੀ ਇਨਸਾਨ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਗੁਰੂ ਦੇ ਸਿਧਾਂਤਾਂ ਤੋਂ ਉਲਟ ਜੀਵਨ ਜੀਂਦਾ ਹੈ, ਉਹ ਜਗਤ ਦੇ ਅੰਦਰ ਔਖਾ ਹੁੰਦਾ ਹੈ, ਦੁਖੀ ਹੁੰਦਾ ਹੈ। ਉਹਨੂੰ ਦੁਖੀ ਹੋਣਾ ਹੀ ਪਵੇਗਾ, ਉਹਨੂੰ ਦੁਖੀ ਹੋਣ ਤੋਂ ਕੋਈ ਬਚਾ ਨਹੀਂ ਸਕਦਾ। ਜੇ ਅਸੀਂ ਘਰ ਪਰਿਵਾਰਾਂ ਦੀ ਗੱਲ ਕਰੀਏ ਆਪਣਿਆਂ ਦੀ, ਕਿਉਂਕਿ ਅਸੀਂ ਜੀਵਨ ਜੁਗਤ ਸਿੱਖ ਰਹੇ ਹਾਂ, ਤੇ ਜੇ ਅਸੀਂ ਆਪਸ ਦੇ ਅੰਦਰ ਜੇ ਛੋਟੇ ਜਿਹੇ ਪਰਿਵਾਰ ਦੀ ਗੱਲ ਕਰੀਏ, ਪਤੀ ਪਤਨੀ ਹੈ, ਜੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਮੇਰੀ ਘਰਵਾਲੀ ਤੇ ਮੈਂ, ਮੇਰਾ ਬੇਟਾ ਔਰ ਮੇਰੀ ਨੂੰਹ ਔਰ ਇੱਕ ਪੋਤਰੀ, ਇਹ ਮੇਰਾ ਪਰਿਵਾਰ ਹੈ। ਮੇਰੀ ਬੇਟੀ ਉਹਦਾ ਵੱਖਰਾ ਪਰਿਵਾਰ ਹੈ, ਭਰਾ ਹੈ ਉਹਦਾ ਵੱਖਰਾ ਪਰਿਵਾਰ ਹੈ, ਭੈਣਾਂ ਦਾ ਵੱਖਰਾ ਪਰਿਵਾਰ ਹੈ, ਮੇਰਾ ਪਰਿਵਾਰ ਇੰਨਾ ਕੀ ਮੰਨਿਆ ਜਾਏਗਾ। ਤੇ ਜੇ ਅਸੀਂ ਇਹ ਪੰਜ ਜੀ ਆਪਸ ਦੇ ਵਿੱਚ ਪਿਆਰ ਨਾਲ ਰਹੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹੇਗੀ। ਤੇ ਜੇ ਅਸੀਂ ਗੁਰਬਾਣੀ ਤੋਂ ਉਲਟ ਜੀਵੀਏ ਤਾਂ ਫਿਰ ਸਾਨੂੰ ਔਖੇ ਤੇ ਹੋਣਾ ਪਵੇਗਾ, ਕਲੇਸ਼ ਤੇ ਘਰ ਦੇ ਵਿੱਚ ਪਏਗਾ। ਸਮਝ ਆ ਗਈ ਨਾ ਇਹ ਗੱਲ? ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੀ ਨਿੰਦਿਆ ਕਰਦਾ ਹੈ ਉਹ ਜਗਤ ਦੇ ਅੰਦਰ ਦੁਖੀ ਹੁੰਦਾ ਹੈ। ਸਾਡੇ ਦੁੱਖਾਂ ਦਾ ਕਾਰਨ ਹੀ ਇਹ ਹੈ ਕਿ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀ ਪਾ ਰਹੇ। ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਢੋਇਆ ਦਾ ਮਤਲਬ ਹਾਜ਼ਰ ਕੀਤਾ ਗਿਆ, ਪੇਸ਼ ਕੀਤਾ ਗਿਆ ਜਾਂ ਪਾਇਆ ਗਿਆ ਖੂਹ ਦੇ ਵਿੱਚ। ਨਰਕ ਘੋਰ ਦੁੱਖ ਖੂਹ ਹੈ, ਦੁੱਖਾਂ ਦਾ ਖੂਹ ਰੂਪੀ ਨਰਕ, ਉਸ ਖੂਹ ਦੇ ਵਿੱਚ ਉਹਨੂੰ ਪਾਇਆ ਜਾਂਦਾ। ਹੁਣ ਐਸੇ ਜ਼ਿੰਦਗੀ ਦੀ ਗੱਲ ਹੋ ਰਹੀ ਹੈ, ਮਰਨ ਤੋਂ ਬਾਅਦ ਨਹੀਂ, ਕਿਉਂਕਿ ਮਰਨ ਤੋਂ ਬਾਅਦ ਤੇ ਸਰੀਰ ਸੜ ਜਾਣਾ ਇੱਥੇ, ਤੇ ਫਿਰ ਉਹਨੂੰ ਕਿਹੜੇ ਨਰਕ ਦੇ ਵਿੱਚ ਪਾਓਗੇ? ਸਰੀਰ ਤਾਂ ਇੱਥੇ ਸੜ ਗਿਆ। ਇਸ ਲਈ ਨਰਕ ਘੋਰ ਦੁੱਖ ਖੂਹ ਹੈ, ਜਿਹੜਾ ਦੁੱਖਾਂ ਦਾ ਖੂਹ ਹੈ ਨਾ, ਉਹ ਹੀ ਨਰਕ ਹੈ, ਦੁੱਖ ਹੀ ਨਰਕ ਨੇ। ਨਿੰਦਿਆ ਕਰਨੀ ਆਪਣੇ ਆਪ ਦੇ ਵਿੱਚ ਇੱਕ ਨਰਕ ਹੈ। ਆਪਣੀ ਜ਼ਿੰਦਗੀ ਨੂੰ ਨਰਕ ਬਣਾਈ ਰੱਖਣਾ, ਸਾਰਾ ਦਿਨ ਲੋਕਾਂ ਦੀ ਬਦਖੋਈ ਕਰਨਾ, ਨੈਗੇਟਿਵ ਸੋਚਣਾ, ਇਹ ਨਰਕ ਹੀ ਹੈ ਨਾ। ਐਵੇਂ ਭਾਰ ਚੁੱਕੀ ਫਿਰਨਾ, ਖਾਮਖਾ ਸੜਦੇ ਰਹਿਣਾ। ਤੇ ਇਹ ਜੇਕਰ ਅਸੀਂ ਕਿਸੇ ਦੇ ਗੁਣਾਂ ਦੀ ਸਿਫਤ ਕਰੀਏ, ਗੁਣਾਂ ਵਾਲੀ ਜ਼ਿੰਦਗੀ ਜੀਵੀਏ, ਤਾਂ ਜੀਵਨ ਸੌਖਾ ਹੋ ਜਾਏ। ਕਿਸੇ ਨੇ ਕੋਈ ਗੱਲ ਕਹਿ ਦਿੱਤੀ ਮਾੜੀ ਜੀ ਤੇ ਮੈਂ ਟੁੱਟ ਕੇ ਪੈ ਗਿਆ, ਇੱਕ ਨਰਕ ਹੀ ਹੈ ਨਾ। ਕਿਸੇ ਦੇ ਬੋਲਾਂ ਦਾ ਗੁੱਸਾ ਕਰਕੇ ਮੈਂ ਆਪਣੇ ਮੱਥੇ ਤੇ ਤਿਉੜੀਆਂ ਪਾ ਲਈਆਂ, ਅੱਖਾਂ ਲਾਲ ਕਰ ਲਈਆਂ, ਬੀਪੀ ਮੇਰਾ ਹਾਈ ਹੋ ਗਿਆ, ਊਲ ਜਲੂਲ ਮੈਂ ਬੋਲਣ ਲੱਗ ਪਿਆ, ਤੇ ਨਰਕ ਵਿੱਚ ਹੀ ਪੈ ਗਿਆ ਨਾ। ਕ੍ਰੋਧ ਨਰਕ ਹੀ ਤੇ ਹੈ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਨਰਕ ਹੀ ਤੇ ਹੈ। ਸਾਰਾ ਦਿਨ ਨਿੰਦਿਆ ਚੁਗਲੀ ਕਰਦੇ ਫਿਰਨਾ ਨਰਕ ਹੀ ਤੇ ਹੈ। ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੀ ਨਿੰਦਿਆ ਕਰਦਾ ਹੈ, ਦੁੱਖਾਂ ਦਾ ਜਿਹੜਾ ਖੂਹ ਹੈ, ਉਸ ਨਰਕ ਦੇ ਅੰਦਰ ਉਹਨੂੰ ਪਾ ਦਿੱਤਾ ਜਾਂਦਾ ਹੈ। ਇਹ ਨਹੀਂ ਕਿ ਕੋਈ ਫੜ ਕੇ ਪੈਂਦਾ, ਰੱਬੀ ਹੁਕਮ ਵਿੱਚ ਪਾ ਦਿੱਤਾ ਜਾਂਦਾ, ਆਪੇ ਹੀ ਪੈ ਹੀ ਜਾਂਦਾ, ਉਹ ਖੂਹ ਦੇ ਵਿੱਚ ਹੀ ਪਿਆ ਹੋਇਆ। ਇਹੀ ਨਰਕ ਹੈ ਜੋ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਵੀ ਸਵਰਗ ਕੀ ਹੈ। ਸੁਖੀ ਔਰ ਸ਼ਾਂਤ ਜ਼ਿੰਦਗੀ ਸਵਰਗ ਹੈ, ਔਰ ਦੁਖੀ ਜ਼ਿੰਦਗੀ ਨਰਕ ਹੈ। ਨਰਕ ਵਿਕਾਰਾਂ ਕਰਕੇ ਪੈਦਾ ਹੁੰਦਾ ਹੈ, ਈਰਸ਼ਾ, ਦਵੇਸ਼, ਵੈਰ ਵਿਰੋਧ ਕਰਕੇ, ਤੇ ਸਵਰਗ ਸਤ ਸੰਤੋਖ, ਦਇਆ, ਧਰਮ ਕਰਕੇ ਪੈਦਾ ਹੁੰਦਾ ਹੈ।
ਤੁਹਾਡੀ ਮਰਜ਼ੀ, ਆਪਣੇ ਜੀਵਨ ਨੂੰ ਸਵਰਗ ਬਣਾ ਲਓ, ਆਪਣੇ ਜੀਵਨ ਨੂੰ ਨਰਕ ਬਣਾ ਲਓ। ਅਗਲਾ ਬਚਨ ਕਰਦੇ ਨੇ, ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਹੁਣ ਔਖਾ ਹੋ ਕੇ ਰੋਂਦਾ ਹੈ, ਦੁਖੀ ਹੁੰਦਾ ਹੈ, ਮਾਨਸਿਕ ਰੋਗ ਸਹਿੜ ਲੈਂਦਾ ਹੈ, ਹੋਰ ਬਹੁਤ ਸਾਰੇ ਦੁੱਖ ਸਹਿੜ ਲੈਂਦਾ ਹੈ, ਤੇ ਫਿਰ ਉਹਦੀ ਕੋਈ ਕੂਕ ਪੁਕਾਰ ਵੀ ਨਹੀਂ ਸੁਣਦਾ। ਪਹਿਲੀ ਗੱਲ, ਉਹਦੀ ਗੱਲ ਨੂੰ ਕੋਈ ਗੌਰ ਦੇ ਨਾਲ ਸੁਣਦਾ ਨਹੀਂ। ਤੁਸੀਂ ਨਾ ਵੇਖਿਆ ਹੋਵੇਗਾ, ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਤੁਹਾਡਾ ਹੋਣਾ ਹੈ, ਤੁਹਾਡੇ ਚਾਰ ਚਫੇਰੇ ਵੀ ਕੁਝ ਐਸੇ ਲੋਕ ਹੋਣਗੇ, ਹੋ ਸਕਦਾ ਅਸੀਂ ਆਪ ਵੀ ਐਵੇਂ ਦੇ ਹੋਈਏ। ਜਿਹੜਾ ਬੰਦਾ ਕਿਸੇ ਦੀ ਹਰ ਟਾਈਮ ਬਦਖੋਈ ਹੀ ਕਰਦਾ ਹੈ ਨਾ, ਜਾਂ ਆਪਣੀਆਂ ਸਿਫਤਾਂ ਦੇ ਪੁੱਲ ਬੰਨੀ ਜਾਏਗਾ, ਦੂਜਿਆਂ ਦੀ ਬਦਖੋਈ ਕਰੇਗਾ, ਜਿਨਨੇ ਨੈਗੇਟਿਵ ਗੱਲਾਂ ਹੀ ਕਰਨੀਆਂ ਹੋਣ, ਲੋਕ ਉਹਦੀ ਗੱਲ ਸੁਣਦੇ ਨੇ ਪਰ ਧਿਆਨ ਨਾਲ ਸੁਣਦੇ ਨਹੀਂ। ਕਈ ਵਾਰ ਚਾਰ ਬੰਦੇ ਬੈਠੇ ਹੋਣਗੇ ਤੇ ਇਹੋ ਜਿਹਾ ਬੰਦਾ ਕੋਈ ਆਏ ਨਾ, ਤਾਂ ਪਹਿਲੋਂ ਹੀ ਉੱਠ ਕੇ ਤੁਰਨਾ ਸ਼ੁਰੂ ਕਰ ਦੇਣਗੇ ਵੀ ਚੱਲੀਏ, ਵੀ ਹੁਣ ਐਵੇਂ ਖਾਮ ਖਾ ਨੇ ਸਿਆਪਾ ਹੀ ਪਾਣਾ। ਨਹੀਂ ਸੁਣਦੇ, ਉਹਨਾਂ ਦੀ ਗੱਲ ਨੂੰ ਲੋਕ ਲਾਈਕ ਨਹੀਂ ਕਰਦੇ। ਤੁਸੀਂ ਦੇਖਿਆ ਹੋਵੇਗਾ, ਕਈ ਲੋਕ ਐਸੇ ਨੂੰ ਗੱਲ ਕਰਨੀ ਸ਼ੁਰੂ, ਬੋਲਣ ਦਾ ਢੰਗ ਹੀ ਹੈ ਪੱਥਰ ਮਾਰਨਾ, ਨਿੰਦਾ ਕਰਨੀ, ਚੁਗਲੀ ਕਰਨੀ। ਉਹਨਾਂ ਦੀ ਗੱਲ ਕੋਈ ਗੌਰ ਨਾਲ ਸੁਣਦਾ ਨਹੀਂ। ਉਹ ਦੁਖੀ ਹੁੰਦੇ ਨੇ। ਹੁਣ ਜਦੋਂ ਦੁੱਖ ਵੀ ਦੱਸਣਾ ਹੈ, ਫਿਰ ਵੀ ਉਹਦੀ ਕੋਈ ਗੱਲ ਸੁਣੇਗਾ ਨਹੀਂ। ਨਾ ਸੁਣਨ ਦਾ ਮੀਨਿੰਗ ਇਹ ਹੈ ਕਿ ਉਹਦੇ ਦੁੱਖਾਂ ਨੂੰ ਕੋਈ ਦੂਰ ਵੀ ਨਹੀਂ ਕਰ ਸਕਦਾ। ਹੁਣ ਕਿਵੇਂ ਉਹਦੇ ਦੁੱਖਾਂ ਨੂੰ ਦੂਰ ਕੀਤਾ ਜਾਏ? ਜਿਹੜਾ ਬੰਦਾ ਕ੍ਰੋਧ ਦੇ ਨਾਲ ਹੀ ਬੋਲਦਾ ਹੈ ਕਿਸੇ ਨਾਲ, ਜਿਹੜਾ ਬੰਦਾ ਚੋਰੀਆਂ ਹੀ ਕਰਦਾ ਹੈ, ਜਿਹਨੇ ਨਸ਼ੇ ਹੀ ਵਰਤਨੇ ਨੇ, ਤੇ ਜੇ ਮੈਂ ਚਾਹਾਂ ਕਿ ਉਹਨਾਂ ਦੁੱਖ ਦੂਰ ਕਰ ਦਿਆਂ, ਤੇ ਕਿਵੇਂ ਕਰ ਦਿਆਂ ਜਦੋਂ ਕੰਮ ਹੀ ਨਹੀਂ ਛੱਡਦਾ ਪਿਆ? ਤਾਂ ਗੁਰੂ ਜੀ ਕਹਿੰਦੇ ਨੇ, ਉਹਦੀ ਕੂਕ ਪੁਕਾਰ ਨੂੰ ਕੋਈ ਨਹੀਂ ਸੁਣਦਾ, ਉਹਦੇ ਤਰਲਿਆਂ ਵੱਲ ਕੋਈ ਧਿਆਨ ਨਹੀਂ ਕਰਦਾ, ਉਹ ਦੁਖੀ ਹੁੰਦਾ ਰਹਿੰਦਾ ਹੈ। ਜਿਵੇਂ ਜਿਵੇਂ ਵਧੀਕ ਨਿੰਦਿਆ ਕਰਦਾ ਹੈ, ਤਿਵੇਂ ਤਿਵੇਂ ਉਹ ਹੋਰ ਦੁਖੀ ਹੁੰਦਾ ਹੈ। ਉਨ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਹਲਤ ਪਲਤ ਦਾ ਮਤਲਬ ਫਿਊਚਰ ਵੀ ਔਰ ਵਰਤਮਾਨ ਵੀ, ਯਾਨੀ ਸਾਰਾ ਜੀਵਨ। ਸਭ ਗਵਾਇਆ ਦਾ ਮਤਲਬ ਸਭ ਕੁਝ ਹੀ ਗਵਾ ਲੈਂਦਾ ਹੈ। ਦੇਖੋ, ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਟਰਾਈ ਕਰਨੀ ਹੈ। ਹੁਣ ਅਸੀਂ ਵਰਤਮਾਨ ਵਿੱਚ ਹਾਂ, ਵਰਤਮਾਨ ਦੇ ਅੰਦਰ ਅਸੀਂ ਹੁਣ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਜ਼ਿੰਦਗੀ ਜੀਣ ਦਾ ਚੰਗਾ ਢੰਗ ਸਿੱਖਣ ਦਾ ਯਤਨ ਕਰ ਰਹੇ ਹਾਂ। ਤਾਂ ਇਹ ਜੀਵਨ ਕਿੰਨਾ ਸੋਹਣਾ ਹੈ, ਸਾਡਾ ਜੀਵਨ ਸੰਵਰ ਰਿਹਾ ਨਾ, ਸਾਡੇ ਜੀਵਨ ਦਾ ਸਾਨੂੰ ਲਾਭ ਮਿਲ ਰਿਹਾ ਹੈ। ਕੋਈ ਗੱਲ ਸਾਡੇ ਪੱਲੇ ਪੈ ਜਾਏਗੀ, ਕੋਈ ਗੱਲ ਸਾਡੇ ਅੰਦਰ ਕਲਿੱਕ ਕਰ ਜਾਏਗੀ, ਅਸੀਂ ਉਹਦੇ ਤੇ ਅਮਲ ਕਰ ਲਵਾਂਗੇ, ਸਾਡਾ ਜੀਵਨ ਸੁਖੀ ਹੋ ਜਾਏਗਾ। ਜੇ ਅੱਜ ਅਸੀਂ ਇਹ ਜ਼ਿੰਦਗੀ ਜੀਵਾਂਗੇ, ਕੱਲ ਨੂੰ ਸਾਡਾ ਸੌਖਾ ਹੋ ਜਾਏਗਾ। ਤੇ ਜੇ ਹੁਣ ਅਸੀਂ ਇੱਥੇ ਬੈਠ ਕੇ ਨਿੰਦਿਆ ਕਰੀਏ, ਕਿਸੇ ਦੀ ਚੁਗਲੀ ਕਰੀਏ, ਨੈਗੇਟਿਵਿਟੀ ਵਿੱਚ ਜੀਵੀਏ, ਜਾਂ ਕੋਈ ਠੱਗੀਆਂ ਮਾਰਨ ਦਾ ਪਲਾਨ ਕਰੀਏ, ਤਾਂ ਇਹ ਸਮਾਂ ਵੀ ਗਵਾ ਲਿਆ ਤੇ ਅਗਲਾ ਆਉਣ ਵਾਲਾ ਵੀ ਗਵਾਚੇਗਾ। ਅਸ਼ਾਂਤੀ। ਹੁਣ ਅਸੀਂ ਸ਼ਾਂਤ ਆ ਨਾ, ਤੇ ਜੇ ਐਸੀ ਹਾਲਾਤ, ਜੇ ਮਨ ਦੀ ਮਾਨਸਿਕਤਾ ਐਸੀ ਹਮੇਸ਼ਾ ਰਹੇ, ਤਾਂ ਬੰਦਾ ਹਮੇਸ਼ਾ ਸ਼ਾਂਤ ਰਹਿ ਲੈਂਦਾ। ਲਾਹਾ ਔਰ ਮੂਲ ਕੀ ਹੈ? ਮੂਲ ਹੁੰਦਾ ਹੈ, ਸਾਡੇ ਕੋਲ ਮੰਨ ਲਓ 10,000 ਰੁਪਇਆ ਹੈ। ਹੁਣ ਅਸੀਂ 10,000 ਪਾਉਂਡ ਕਿਸੇ ਵਪਾਰ ਤੇ ਲਾਉਂਦੇ ਹਾਂ, ਤੇ 10,000 ਪਾਉਂਡ ਲਾਇਆ ਇਸ ਕਰਕੇ ਕਿ ਛੋਟੀ ਜੀ ਦੁਕਾਨ ਚਲਾਣਾ, ਇਹਦੇ ਨਾਲ ਮੈਨੂੰ ਕੋਈ ਲਾਭ ਹੋਏਗਾ। ਲੇਕਿਨ ਦੁਕਾਨ ਐਸ਼ ਢੰਗ ਨਾਲ ਚਲਾਈ ਕਿ ਨਾ ਦੁਕਾਨ ਟਾਈਮ ਨਾਲ ਖੋਲੀ, ਨਾ ਗ੍ਰਾਹਕਾਂ ਦੇ ਨਾਲ ਠੀਕ ਢੰਗ ਨਾਲ ਵਰਤਿਆ, ਨਾ ਸੌਦਾ ਠੀਕ ਪਾਇਆ, ਦੁਕਾਨ ਫੇਲ ਹੋ ਗਈ। ਲਾਭ ਤੇ ਕੀ ਹੋਣਾ ਸੀ? ਉਹ 10,000 ਵੀ ਜਾਂਦਾ ਰਿਹਾ, ਖਤਮ ਹੋ ਗਿਆ ਨਾ। ਲਾਹਾ ਮੂਲ ਇਹ ਹੈ ਕਿ ਵਰਤਮਾਨ ਵੀ ਗਵਾ ਲਿਆ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਉਹਦਾ ਸੁੱਖ ਮਿਲਣਾ ਸੀ ਉਹ ਵੀ ਗਵਾ ਲਿਆ। ਆਪਣੇ ਸਾਰੇ ਸੁੱਖਾਂ ਨੂੰ ਹੀ ਐਸਾ ਬੰਦਾ ਗਵਾ ਲੈਂਦਾ ਹੈ। ਉਨ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ, ਔਰ ਸਭ ਕੁਝ ਨਿੰਦਾ ਕਰ ਕਰਕੇ ਹੀ ਗਵਾ ਜਾਂਦਾ ਹੈ, ਨੈਗੇਟਿਵਿਟੀ ਵਿੱਚ ਹੀ ਗਵਾ ਜਾਂਦਾ ਹੈ। ਜਿਹੜਾ ਸਮਾਂ ਲੋਕਾਂ ਦੀ ਬਦਖੋਈ ਵਾਸਤੇ ਲਾਂਦਾ ਹੈ, ਜੇ ਉਹ ਸਮਾਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਲਾਂਦਾ, ਸੱਚਾਈ ਵਾਸਤੇ ਲਾਂਦਾ, ਗੁਰਬਾਣੀ ਪੜ੍ਹ ਲੈਂਦਾ, ਕੋਈ ਜਨਰਲ ਨੌਲੇਜ ਦੀ ਕਿਤਾਬ ਪੜ੍ਹ ਲੈਂਦਾ, ਕੋਈ ਇਤਿਹਾਸ ਦੀ ਕਿਤਾਬ ਪੜ੍ਹ ਲੈਂਦਾ, ਕੋਈ ਮੋਟੀਵੇਸ਼ਨਲ ਬੁੱਕ ਪੜ੍ਹ ਲੈਂਦਾ, ਤਾਂ ਉਹਨੂੰ ਲਾਭ ਹੋ ਜਾਣਾ ਸੀ। ਪਰ ਉਹਨੇ ਆਪਣਾ ਸਮਾਂ ਸਾਰਾ ਐਵੇਂ ਹੀ ਗਵਾ ਲਿਆ, ਔਰ ਬਹੁਤੇ ਲੋਕ ਐਵੇਂ ਹੀ ਗਵਾ ਜਾਂਦੇ। ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ। ਪ੍ਰਭ ਦਾ ਮਤਲਬ ਪ੍ਰਭੂ ਨੇ, ਸੰਦਾ ਦਾ ਮਤਲਬ ਹੁੰਦਾ ਹੈ ਦਾ। ਜਿਵੇਂ ਇਹ ਪੈਨ ਮੋਹਰ ਸਿੰਘ ਸੰਦਾ,
ਯਾਨੀ ਮੋਰ ਸਿੰਘ ਦਾ, ਤਾਂ ਉਹ ਤੇਲੀ ਸੰਦਾ ਬਲਦ ਕਰ। ਤੇਲੀ ਦਾ ਬੈਲ ਜਿਵੇਂ ਹਰ ਰੋਜ਼ ਕੋਲੂ ਦੇ ਵਿੱਚ ਤੇਲੀ ਫੜ ਕੇ ਜੋ ਲੈਂਦਾ ਨਾ, ਉਹਦੀਆਂ ਅੱਖਾਂ ਬੰਨ੍ਹ ਦਿੰਦਾ ਤੇ ਬੈਲ ਫਿਰ ਤੁਰਦਾ ਰਹਿੰਦਾ ਸਾਰਾ ਦਿਨ, ਭਾਰ ਢੋਂਦਾ, ਪਹੁੰਚਦਾ ਕਿਤੇ ਨਹੀਂ ਕਿਉਂਕਿ ਵੱਜਾ ਹੋਇਆ ਹੈ। ਸਾਰਾ ਦਿਨ ਜੁੱਪਾ ਰਹਿੰਦਾ, ਭਾਰ ਢੋਈ ਜਾਂਦਾ, ਭੁੱਖਾ ਤੇ ਆਇਆ ਫਿਰਦਾ ਰਹਿੰਦਾ। ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਨਿੰਦਿਆ ਕਰਨ ਵਾਲਾ ਮਨੁੱਖ ਹੈ, ਨੈਗੇਟਿਵ ਜਿਸ ਦੀ ਥਿੰਕਿੰਗ ਹੈ, ਜੋ ਹਰ ਸਿਚੁਏਸ਼ਨ ਦੇ ਅੰਦਰ ਔਗਣ ਹੀ ਕੱਢਦਾ ਹੈ, ਜਿਹਨੇ ਆਪਣਾ ਸੁਭਾਅ ਹੀ ਇਹ ਬਣਾ ਲਿਆ ਹੈ, ਇਸੇ ਤਰ੍ਹਾਂ ਪ੍ਰਭੂ ਉਹਨੂੰ ਸਵੇਰੇ ਹੀ ਨਿੰਦਾ ਦੇ ਖੂਹ ਦੇ ਵਿੱਚ ਜੋ ਦਿੰਦਾ ਹੈ। ਯਾਨੀ ਰੱਬੀ ਰਜਾ ਦੇ ਵਿੱਚ ਸਵੇਰ ਤੋਂ ਹੀ ਉਹ ਜੁੱਪ ਜਾਂਦਾ ਖੂਹ ਦੇ ਵਿੱਚ ਤੇ ਅੱਖਾਂ ਬੰਦ ਕਰਕੇ ਤੁਰਿਆ ਰਹਿੰਦਾ ਸਾਰਾ ਦਿਨ। ਤੁਹਾਡੇ ਕੋਲ ਬੈਠਾ ਮੇਰੀ ਨਿੰਦਿਆ, ਮੇਰੇ ਕੋਲ ਆਇਆ ਤੁਹਾਡੀ ਨਿੰਦਿਆ। ਇੱਕ ਗੱਲ ਯਾਦ ਰੱਖਣਾ, ਜਦੋਂ ਅਸੀਂ ਕਿਸੇ ਦੀ ਬਦਖੂਈ ਕਿਸੇ ਬੰਦੇ ਤੋਂ ਧਿਆਨ ਨਾਲ ਸੁਣਦੇ ਆ ਨਾ, ਸਾਨੂੰ ਬੜਾ ਮਜ਼ਾ ਆਉਂਦਾ ਕਿ ਕਿਸੇ ਦੀ ਬਦਖੂਈ। ਇੱਕ ਗੱਲ ਯਾਦ ਰੱਖਣਾ ਕਿ ਜਿਹੜਾ ਬੰਦਾ ਕਿਸੇ ਦੀ ਬਦਖੂਈ ਕਰ ਰਿਹਾ ਨਾ, ਉਹਨੂੰ ਆਦਤ ਹੈ ਬਦਖੂਈ ਕਰਨ ਦੀ। ਇਹ ਨਾ ਸਮਝਣਾ ਕਿ ਉਹ ਤੁਹਾਡੀ ਨਹੀਂ ਕਰੇਗਾ, ਦੂਜਿਆਂ ਕੋਲ ਜਾ ਕੇ ਤੁਹਾਡੀ ਵੀ ਕਰੇਗਾ, ਕਿਉਂਕਿ ਉਹਨੂੰ ਆਦਤ ਹੈ। ਮਤਾ ਸਮਝੋ ਕਿ ਤੁਹਾਡੀ ਸਿਫਤ ਕਰੇਗਾ, ਤੁਹਾਡੀ ਵੀ ਬਦਖੂਈ ਕਰੇਗਾ। ਤੇ ਯਾਦ ਰੱਖਣਾ, ਜੇ ਤੁਸੀਂ ਕਿਸੇ ਦੀ ਨਿੰਦਿਆ ਸੁਣ ਰਹੇ ਹੋ ਤੇ ਕੱਲ ਨੂੰ ਮੇਰੀ ਵੀ ਸੁਣੋਗੇ। ਜਿਹੜਾ ਤੁਹਾਡੀ ਕਿਸੇ ਹੋਰ ਦੀ ਨਿੰਦਿਆ ਸੁਣ ਰਿਹਾ ਨਾ, ਉਹ ਤੁਹਾਡੇ ਸੱਜਣਾ ਮਿੱਤਰਾਂ ਦੀ ਵੀ ਸੁਣੇਗਾ, ਕਿਉਂਕਿ ਉਹਨੂੰ ਆਦਤ ਹੈ ਸੁਣਨ ਦੀ। ਕਿਉਂਕਿ ਸੁਣਨ ਦੀ ਆਦਤ ਹੈ ਨਾ ਬਣ ਗਈ ਕਿ ਨਿੰਦਿਆ ਸੁਣਨੀ ਹੈ, ਮਜ਼ਾ ਆ ਰਿਹਾ ਸੁਣਨ ਵਿੱਚ, ਮੇਰੀ ਵੀ ਸੁਣੋਗੇ, ਦੂਜੇ ਦੀ ਵੀ, ਤੀਜੇ ਦੀ ਵੀ। ਤੇ ਜਿੱਥੇ ਸਾਰਾ ਦਿਨ ਨਿੰਦਿਆ ਹੀ ਸੁਣਦੇ ਰਹੋਗੇ, ਨੈਗੇਟਿਵ ਹੀ ਸੁਣਦੇ ਰਹੋਗੇ, ਜੀਵਨ ਸਫਲ ਕਿਵੇਂ ਹੋਏਗਾ, ਖੁਸ਼ੀ ਕਿਵੇਂ ਆਏਗੀ? ਜਿਹੜਾ ਨਿੰਦਿਆ ਕਰ ਰਿਹਾ ਹੈ ਉਹ ਨਿੰਦਿਆ ਹੀ ਕਰੀ ਜਾਏਗਾ, ਤੇ ਉਹਨੂੰ ਖੁਸ਼ੀ ਕਿਵੇਂ ਆਏਗੀ? ਖੁਸ਼ੀ ਤਾਂ ਪੋਜ਼ਿਟਿਵਿਟੀ ਵਿੱਚ ਆਉਣੀ ਹੈ। ਇਸ ਲਈ ਨਾ ਸੁਣੋ ਕਿਸੇ ਦੀ ਨਿੰਦਾ ਵਗੈਰਾ, ਗੁਣਾਂ ਦੀ ਗੱਲ ਕਰੋ, ਗੁਣਾਂ ਦੀ ਸੁਣੋ। ਇਸ ਲਈ ਉਹ ਤੇਲੀ ਸੰਦਾ ਬਲਦ ਕਰ ਭਲਕੇ ਉੱਠ ਪ੍ਰਭ ਜੋਇਆ। ਜੋ ਗੁਰੂ ਦੀ ਨਿੰਦਿਆ ਕਰਦਾ ਹੈ, ਭਾਵ ਗੁਰੂ ਦੇ ਸਿਧਾਂਤਾਂ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਉਹ ਸਵੇਰ ਹੁੰਦਿਆਂ ਹੀ ਆਪਣਾ ਰੱਬੀ ਹੁਕਮ ਦੇ ਵਿੱਚ, ਨਿੰਦਿਆ ਦੇ ਵਿੱਚ ਜੁੱਪ ਜਾਂਦਾ ਹੈ। ਤੇਲੀ ਦੇ ਬਲਦ ਦੀ ਤਰ੍ਹਾਂ ਉਹ ਭਾਰ ਜਿਹੜਾ ਹੈ ਢੋਈ ਜਾਂਦਾ ਹੈ, ਤੇ ਉਹਨੂੰ ਆਪ ਨੂੰ ਉਹਦਾ ਕੋਈ ਲਾਭ ਨਹੀਂ ਹੁੰਦਾ, ਆਪ ਨੂੰ ਜੀਵਨ ਵਿੱਚ ਸਿਰਫ ਪਛਤਾਵਾ ਹੁੰਦਾ। ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਝਾ ਨਾ ਹੋਇਆ। ਇੱਥੇ ਗੱਗੇ ਦੇ ਉੱਤੇ ਅੱਧਕ ਲਾ ਕੇ ਪੜਨਾ ਹੈ ਗੁੱਝਾ। ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਝਾ ਨਾ ਹੋਇਆ। ਹਰੀ ਸਦਾ ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਹਦੇ ਤੋਂ ਕੁਝ ਵੀ ਗੱਲ ਲੁਕੀ ਨਹੀਂ ਰਹਿੰਦੀ, ਗੁੱਝੀ ਨਹੀਂ ਰਹਿੰਦੀ। ਕੁਝ ਗੁੱਝਾ ਨਹੀਂ ਰਹਿੰਦਾ, ਲੁਕਿਆ ਹੋਇਆ ਨਹੀਂ ਰਹਿੰਦਾ। ਹਰੀ ਹਰ ਥਾਂ ਸੁਣ ਰਿਹਾ ਹੈ, ਵੇਖ ਰਿਹਾ ਹੈ, ਕਿਉਂਕਿ ਸਰਵ ਵਿਆਪਕ ਹੈ। ਤੁਸੀਂ ਕਿਸੇ ਦੀ ਨਿੰਦਿਆ ਮੇਰੇ ਕੋਲ ਕਰ ਰਹੇ ਹੋ ਤਾਂ ਮੇਰੇ ਅੰਦਰ ਰੱਬ ਵਸ ਰਿਹਾ ਹੈ, ਸੁਣ ਰਿਹਾ ਹੈ। ਤੁਹਾਡੇ ਅੰਦਰ ਰੱਬ ਵਸ ਰਿਹਾ ਹੈ, ਤੁਹਾਡੇ ਕਰਮਾਂ ਨੂੰ ਵੇਖ ਰਿਹਾ ਹੈ। ਇਹ ਕਾਇਨਾਤ ਦੇ ਵਿੱਚ ਰੱਬ ਦਾ ਹੁਕਮ ਹੈ ਨਾ, ਕੁਦਰਤ ਦੇ ਨਿਯਮ ਨੇ, ਕੁਦਰਤ ਦੀ ਨਿਯਮਾਵਲੀ ਹੈ। ਉਸ ਨਿਯਮਾਵਲੀ ਦੇ ਅੰਦਰ ਹਰ ਚੀਜ਼ ਵੇਖੀ ਔਰ ਸੁਣੀ ਜਾ ਰਹੀ ਹੈ, ਪਰਖੀ ਜਾ ਰਹੀ ਹੈ, ਤੇ ਉਹਦੇ ਮੁਤਾਬਕ ਨਾਲ ਦੇ ਨਾਲ ਬੰਦੇ ਨੂੰ ਫਲ ਵੀ ਮਿਲੀ ਜਾਂਦਾ ਹੈ। ਜੇ ਤੁਸੀਂ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਹੋ ਤਾਂ ਇਹ ਸਿਸਟਮ ਦੇ ਅੰਦਰ ਤੁਹਾਨੂੰ ਉਸ ਪਿਆਰ ਮੁਹੱਬਤ ਵਾਲੀ ਗੱਲ ਰਾਹੀਂ ਖੁਸ਼ੀ ਮਿਲ ਰਹੀ ਹੈ, ਅੰਦਰ ਤੁਹਾਡਾ ਸ਼ਾਂਤ ਹੋ ਰਿਹਾ ਹੈ। ਜੇ ਤੁਸੀਂ ਕਿਸੇ ਦੀ ਨਿੰਦਾ ਚੁਗਲੀ ਕਰ ਰਹੇ ਹੋ ਕ੍ਰੋਧ ਵਿੱਚੋਂ, ਤਾਂ ਇਸ ਸਿਸਟਮ ਦੇ ਅੰਦਰ ਤੁਹਾਡੇ ਅੰਦਰ ਦੇ ਸੈੱਲ ਮਰ ਰਹੇ ਨੇ, ਕ੍ਰੋਧ ਨਾਲ ਸੜ ਰਹੇ ਨੇ, ਤੁਸੀਂ ਅੰਦਰ ਈਰਖਾ ਦੀ ਅੱਗ ਵਿੱਚ ਸੜ ਰਹੇ ਹੋ। ਕਿਵੇਂ ਬਚੋਗੇ? ਨਾ ਅਸੀਂ ਸ਼ੁਭ ਗੁਣ ਕਰਕੇ ਉਹਦੇ ਫਲਾਂ ਤੋਂ ਬਚ ਸਕਦੇ ਹਾਂ, ਨਾ ਮਾੜੇ ਕਰਮ ਕਰਕੇ ਉਹਨਾਂ ਤੋਂ ਬਚ ਸਕਦੇ ਹਾਂ। ਉਹਦਾ ਫਲ ਤੇ ਮਿਲਣਾ ਨਾ, ਜਿਹੜਾ ਬੀਜ ਬੀਜਣਾ ਉਹ ਤੇ ਉੱਗੇਗਾ, ਜੈਸੀ ਇਨਪੁਟ ਹੋਏਗੀ ਵੈਸੀ ਆਊਟਪੁੱਟ ਆਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬ ਹਰ ਥਾਂ ਤੇ ਵੇਖ ਰਿਹਾ ਹੈ, ਸੁਣ ਰਿਹਾ ਹੈ, ਉਹਦੇ ਤੋਂ ਕੁਝ ਵੀ ਗੁੱਝਾ ਨਹੀਂ ਹੈ। ਭਾਵ ਕਿ ਸਾਡਾ ਹਰ ਕਰਮ ਵਾਚਿਆ ਜਾ ਰਿਹਾ ਹੈ, ਹਰ ਇਨਸਾਨ ਦਾ, ਤੇ ਉਸ ਕਰਮ ਅਨੁਸਾਰ ਸਾਡਾ ਸੁਭਾਅ, ਸਾਡੀਆਂ ਆਦਤਾਂ ਬਣਦੀਆਂ ਜਾਂਦੀਆਂ ਨੇ। ਕੋਈ ਚੀਜ਼ ਛਿਪੀ ਨਹੀਂ ਰਹਿੰਦੀ। ਕਿੰਨਾ ਕੁ ਤੁਸੀਂ ਛੁਪਾਓਗੇ? ਕਿਉਂਕਿ ਤੁਹਾਡੀ ਆਦਤਾਂ, ਤੁਹਾਡੇ ਸੁਭਾਅ ਦੇ ਵਿੱਚੋਂ ਜੇ ਗੁੱਸਾ ਹੈ ਤੇ ਉਹਨੇ ਪ੍ਰਗਟ ਹੋ ਜਾਣਾ ਹੈ, ਜੇ ਆਪਣਾ ਲੋਭ ਹੈ ਤਾਂ ਉਹਨੇ ਪ੍ਰਗਟ ਹੋ ਜਾਣਾ ਹੈ, ਈਰਖਾ ਨੇ ਪ੍ਰਗਟ ਹੋ ਜਾਣਾ ਹੈ, ਥਾਂ ਥਾਂ ਤੇ ਪ੍ਰਗਟ ਹੋਏਗਾ। ਜਦੋਂ ਅਸੀਂ ਗੱਲਬਾਤ ਕਰਾਂਗੇ
ਤਾਂ ਸਾਡੀ ਗੱਲਬਾਤ 'ਚ ਹੀ ਪਤਾ ਲੱਗ ਜਾਣਾ ਵੀ ਅਸੀਂ ਹੁਣ ਈਰਖਾ ਨਾਲ ਕਰ ਰਹੇ ਹਾਂ ਕਿ ਪ੍ਰੇਮ ਨਾਲ ਕਰ ਰਹੇ ਹਾਂ। ਲੱਗ ਜਾਣਾ ਨਾ ਪਤਾ, ਗੁੱਝਾ ਕਿਵੇਂ ਰਹੇਗਾ? ਕਿਉਂਕਿ ਸਿਸਟਮ ਦੇ ਅੰਦਰ ਸਾਡਾ ਅੰਦਰ ਬਣੀ ਜਾ ਰਿਹਾ ਹੈ, ਸਾਰਾ ਕੁਝ ਪ੍ਰਗਟ ਹੋਈ ਜਾਣਾ ਹੈ। ਇਸੇ ਨੂੰ ਕਹਿੰਦੇ ਨੇ ਕਿ ਰੱਬ ਹਰ ਚੀਜ਼ ਨੂੰ ਸੁਣ ਰਿਹਾ ਹੈ, ਵੇਖ ਰਿਹਾ ਹੈ, ਉਹ ਤੋਂ ਕੁਝ ਵੀ ਗੁੱਝਾ ਨਹੀਂ ਹੈ। ਉਹਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਰੱਬ ਨੂੰ, ਰੱਬ ਦੇ ਹੁਕਮ ਨੂੰ, ਸਿਸਟਮ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਸਾਨੂੰ ਚੰਗੀ ਜ਼ਿੰਦਗੀ ਜੀਣੀ ਚਾਹੀਦੀ ਹੈ। ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ। ਪੁਰਬ ਦਾ ਮਤਲਬ ਪਹਿਲਾਂ ਜਿਹੜਾ ਬੀਤ ਗਿਆ ਸਮਾਂ ਹੈ। ਜਿਹਾ ਜੈਸਾ ਬੀਜੈ, ਇਹ ਰੱਬੀ ਹੁਕਮ ਹੈ ਕਿ ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਸੋ ਲੁਣੈ। ਲੁਣੈ ਦਾ ਮਤਲਬ ਵੱਢਦਾ ਹੈ, ਉਹ ਹੀ ਵੱਢਦਾ ਹੈ। ਜਿਹਾ ਪੁਰਬ ਕਿਨੇ ਬੋਇਆ, ਜੈਸਾ ਪੂਰਬ ਦੇ ਅੰਦਰ ਕਿਸੇ ਨੇ ਬੀਜ ਬੀਜਿਆ ਹੈ ਪਹਿਲਾਂ। ਹੁਣ ਦੇਖੋ ਕਣਕ ਹੈ ਨਾ, 4-5 ਮੇਰੇ ਖਿਆਲ 3-4 ਮਹੀਨੇ ਬਾਅਦ ਜਿਹੜੀ ਕਣਕ ਦੀ ਫਸਲ ਹੁੰਦੀ ਹੈ। ਅੰਬ ਦਾ ਪੇੜ ਹੈ ਤਾਂ 3-4 ਸਾਲ 4 ਸਾਲ ਬਾਅਦ ਉਹਨੂੰ ਅੰਬ ਲੱਗਦੇ ਨੇ। ਹੁਣ ਜੇ 4 ਸਾਲ ਪਹਿਲਾਂ, ਪੁਰਬ ਦਾ ਮਤਲਬ ਪਹਿਲੇ ਪਿਛਲੇ ਸਮੇਂ ਵਿੱਚ ਜਿਹੜਾ ਬੀਤਿਆ ਹੈ, ਜੇ ਕਿਸੇ ਨੇ ਅੰਬ ਦੀ ਗੁਟਲੀ ਬੀਜੀ ਹੈ ਤੇ ਅੰਬ ਖਾਏਗਾ ਨਾ। ਸੰਤਰੇ ਬੀਜੇ ਨੇ, ਸੰਤਰੇ ਖਾਏਗਾ। ਜੇ ਕਿੱਕਰ ਦੇ ਬੀਜ ਬੀਜੇ ਨੇ ਤੇ ਕਿੱਕਰ ਦੇ ਬੀਜ ਬੀਜ ਕੇ ਜੇ ਕੋਈ ਕਹੇ ਕਿ ਹੁਣ ਇਸ ਕਿੱਕਰ ਨੂੰ ਅੰਗੂਰ ਲੱਗਣ, ਤਾਂ ਅੰਗੂਰ ਨਹੀਂ ਲੱਗਣਗੇ। 4 ਸਾਲ ਪਹਿਲਾਂ ਬੀਜਿਆ ਸੀ ਨਾ ਬੀਜ। ਬੇਸ਼ੱਕ ਉਹਦਾ ਫਲ 4 ਸਾਲ ਬਾਅਦ ਮਿਲ ਰਿਹਾ, ਪਰ ਮਿਲੇਗਾ ਤੇ ਉਹ ਨਾ ਜੋ ਬੀਜਿਆ ਸੀ। ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਸਾਡੇ ਅੰਦਰ ਉਹ ਸੁਭਾਅ ਬਣਦਾ ਚਲਾ ਜਾ ਰਿਹਾ ਹੈ। ਜੈਸੇ ਅਸੀਂ ਅੰਦਰ ਸੰਸਕਾਰ ਪੈਦਾ ਕਰ ਰਹੇ ਹਾਂ, ਬੀਜ ਬੀਜ ਰਹੇ ਹਾਂ, ਫਲ ਤੇ ਉਹਨਾਂ ਦਾ ਮਿਲਣਾ ਹੈ। ਜੇ ਹਰ ਵਕਤ ਨੈਗੇਟਿਵ ਸੋਚਦੇ ਹੋ ਤਾਂ ਅੰਦਰ ਤਾਂ ਨੈਗੇਟਿਵ ਜਿਹੜੇ ਨੇ ਨਿਊਰਨਲ ਪੈਟਰਨ ਬਣ ਜਾਣੇ ਨੇ ਨਾ। ਦਿਮਾਗ ਨੇ, ਤੁਹਾਡੇ ਸਬਕੌਂਸ਼ੀਅਸ ਨੇ, ਤੁਹਾਡੇ ਮਨ ਨੇ ਤਾਂ ਉਹੋ ਜਿਹਾ ਸੁਭਾਅ ਬਣਾ ਲੈਣਾ ਜਿਹੋ ਜਿਹੇ ਵਿਚਾਰ ਰੋਜ਼ ਕਰੀ ਜਾ ਰਹੇ ਹੋ, ਤੇ ਅੱਗੇ ਵੱਢੋਗੇ ਤੇ ਉਹੀ ਨਾ। ਹੁਣ ਕਈ ਵਾਰ ਅਸੀਂ ਸੋਚਦੇ ਹਾਂ ਪਤਾ ਨਹੀਂ ਆ ਦੁੱਖ ਕਿੱਥੋਂ ਆ ਗਿਆ। ਕਿਤੋਂ ਨਹੀਂ ਆਇਆ, ਸਾਡੇ ਆਪਣੇ ਹੀ ਕੀਤੇ ਕਰਮ ਦਾ ਫਲ ਹੈ। ਜੇ ਸਾਡੇ ਅੰਦਰ ਅੱਜ ਡਰ ਹੈ ਜਾਂ ਡਿਪਰੈਸ਼ਨ ਹੈ ਤਾਂ ਉਹ ਇੱਕਦਮ ਨਹੀਂ ਆ ਜਾਂਦਾ। ਆ ਜਿਹੜੇ ਫੋਬੀਆ ਵਗੈਰਾ ਦੇ ਰੋਗ ਨੇ ਨਾ, ਇਹ ਰੋਗ ਆਉਂਦਿਆਂ 10-10 12-12 ਸਾਲ ਲੱਗ ਜਾਂਦੇ ਨੇ। ਜਿਵੇਂ ਆ ਡਿਪਰੈਸ਼ਨ ਦੀ ਬਿਮਾਰੀ ਹੈ ਤੇ ਇੱਕ ਦਿਨ ਵਿੱਚ ਕੋਈ ਡਿਪਰੈਸ ਨਹੀਂ ਹੋ ਜਾਂਦਾ, ਉਹਨੂੰ ਟਾਈਮ ਲੱਗਦਾ ਹੈ। ਪਿਛਲੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਨੇ, ਕਿਸੇ ਪਿਆਰੇ ਦੀ ਮੌਤ ਹੋ ਗਈ ਹੈ, ਵਪਾਰ ਵਿੱਚ ਘਾਟਾ ਪੈ ਗਿਆ ਹੈ, ਕਿਤੇ ਘਰ ਦੇ ਅੰਦਰ ਕਲੇਸ਼ ਹੈ, ਜਾਂ ਕਿਤੇ ਹੀਨ ਭਾਵਨਾ ਹੋ ਗਈ, ਜਾਂ ਹੋਰ ਕੁਝ ਐਸਾ ਮਤਲਬ ਹੋ ਕਿ ਹੌਲੇ ਹੌਲੇ। ਤੇ ਫਿਰ ਜੇ ਕੋਈ ਅੱਜ ਕਹੇ ਮੈਂ ਤੇ ਅੱਜ ਤੇ ਕੁਝ ਵੀ ਨਹੀਂ ਕੀਤਾ, ਬਈ ਅੱਜ ਨਹੀਂ ਕੀਤਾ, ਬੀਜ ਪਿਛਲੇ ਬੀਜੇ ਨੇ। ਪਿਛਲੇ ਦਾ ਮਤਲਬ ਪਿਛਲੇ ਜਨਮਾਂ ਵਿੱਚ ਨਹੀਂ, ਐਸੇ ਜਨਮ ਦੇ ਅੰਦਰ। ਤਾਂ ਜਿਹੋ ਜਿਹਾ ਕੋਈ ਬੀਜ ਬੀਜੇਗਾ, ਜੈਸੇ ਕਰਮ ਕਰੇਗਾ, ਉਹ ਉਹਨੂੰ ਵੱਢਣਾ ਪੈਣਾ ਹੈ, ਉਹਦਾ ਫਲ ਉਹਨੂੰ ਭੁਗਤਣਾ ਪੈਣਾ ਹੈ। ਜੇ ਅਸੀਂ ਕੱਲ ਕਿਸੇ ਨਾਲ ਮਾੜਾ ਬੋਲ ਬੈਠੇ ਹਾਂ ਤਾਂ ਅੱਜ ਸਾਡਾ ਰਿਸ਼ਤਾ ਜੇ ਟੁੱਟਿਆ ਹੈ ਤੇ ਸਾਨੂੰ ਆਪਣੇ ਕੀਤੇ ਕਰਮ ਦਾ ਫਲ ਹੀ ਭੁਗਤਣਾ ਪੈ ਰਿਹਾ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤੇ ਸਤਿਗੁਰ ਕੇ ਚਰਨ ਧੋਇਆ। ਹੁਣ ਸਾਨੂੰ ਸੋਲੂਸ਼ਨ ਦੱਸ ਰਹੇ ਨੇ ਕਿ ਇਹਨਾਂ ਚੀਜ਼ਾਂ ਤੋਂ ਬਚਣ ਦਾ ਸਾਧਨ ਕੀ ਹੈ। ਤੇ ਜੇ ਤਾਂ ਅਸੀਂ ਕੁਝ ਐਸੇ ਕਰਮ ਕਰ ਬੈਠੇ ਹਾਂ ਕਿ ਅੱਜ ਅਸੀਂ ਦੁਖੀ ਹਾਂ, ਤਾਂ ਫਿਰ ਅੱਜ ਅਸੀਂ ਕੀ ਕਰੀਏ। ਤੇ ਜੇ ਸ਼ੁਰੂ ਤੋਂ ਕੋਈ ਚੰਗੀ ਜ਼ਿੰਦਗੀ ਜੀਣੀ ਚਾਹੁੰਦਾ ਹੈ ਕਿ ਦੁੱਖ ਆਉਣ ਹੀ ਨਾ, ਤੇ ਫਿਰ ਉਹ ਕੀ ਕਰੇ। ਉਹਦੇ ਵਾਸਤੇ ਗੁਰੂ ਜੀ ਕਹਿੰਦੇ ਨੇ ਜਿਸ ਕਿਰਪਾ ਕਰੇ ਪ੍ਰਭ ਆਪਣੀ। ਇਹਨੂੰ ਕਿਰਪਾ ਨਹੀਂ ਪੜਨਾ, ਕ੍ਰੀ ਪੜਨਾ ਹੈ। ਕ੍ਰੀ ਅੱਧਾ ਰਾਰਾ ਹੈ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਇਸ ਸਤਿਗੁਰ ਕੇ ਚਰਨ ਧੋਇਆ। ਜਿਸ ਦੇ ਉੱਤੇ ਰੱਬ ਰਹਿਮਤ ਕਰਦਾ ਹੈ ਉਹ ਸਤਿਗੁਰ ਦੇ ਚਰਨ ਧੋਂਦਾ ਹੈ। ਹੁਣ ਇੱਥੇ ਚਰਨ ਧੋਣ ਦਾ ਮਤਲਬ ਹੈ ਗੁਰੂ ਦੇ ਰਾਹ ਤੇ ਚੱਲਣਾ, ਨਿਮਰਤਾ ਦੇ ਨਾਲ, ਆਪਣੇ ਹੰਕਾਰ ਨੂੰ ਤਿਆਗ ਕੇ ਗੁਰੂ ਦੇ ਦੱਸੇ ਰਾਹ ਤੇ ਉਹ ਤੁਰਦਾ ਹੈ। ਹੁਣ ਜੇ ਗੁਰੂ ਦੇ ਚਰਨਾਂ ਨੂੰ ਧੋਣ ਦੀ ਗੱਲ ਕਰੀਏ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ, ਤਾਂ ਸ਼ਬਦ ਗੁਰੂ ਦੇ ਚਰਨ ਕਿਵੇਂ ਧੋਵਾਂ। ਚਰਨ ਧੋਣ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਜਿਹੜੇ ਪਵਿੱਤਰ ਧੁੱਪੇ ਹੋਏ ਚਰਨ, ਸ਼ੁੱਧ ਸਰੂਪ ਜਿਹੜਾ ਰਾਹ ਹੈ ਸੱਚ ਦਾ, ਉਹ ਸੱਚੇ ਰਾਹ ਨੂੰ ਅਪਣਾ ਲੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ। ਉਹ ਬਾਬਿਆਂ ਦੇ ਪੈਰ ਨਹੀਂ ਧੋਂਦਾ ਫਿਰਦਾ, ਮੜੀਆਂ ਕਬਰਾਂ ਤੇ ਨਹੀਂ ਜਾਂਦਾ, ਉਹ ਵਰਤਨ ਰਾਤੇ ਸਰਾਧ ਨਹੀਂ ਰੱਖਦਾ ਫਿਰਦਾ, ਉਹ ਜੰਗਲਾਂ ਦੇ ਵਿੱਚ ਨਹੀਂ ਭਟਕਦਾ ਫਿਰਦਾ, ਉਹ ਜਪ ਤਪ ਨਹੀਂ ਕਰਦਾ ਫਿਰਦਾ, ਉਹ ਧੂਣੀਆਂ ਨਹੀਂ ਲਾਉਂਦਾ। ਉਹ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਗੁਰੂ ਦਾ ਜੋ ਵੇ ਆਫ ਲਾਈਫ ਹੈ ਉਹਨੂੰ ਅਪਣਾ ਲੈਂਦਾ ਹੈ। ਤਾਂ ਇਹਦਾ ਮਤਲਬ ਦੁੱਖਾਂ ਤੋਂ, ਨੈਗੇਟਿਵਿਟੀ ਤੋਂ,
ਚਿੰਤਾਵਾਂ ਤੋਂ, ਝੋਰੇ ਕਾੜੇ ਅੰਦੇਸ਼ਿਆਂ ਤੋਂ, ਨਿੰਦਾ ਦੇ ਰੋਗ ਤੋਂ, ਦੁੱਖਾਂ ਦੇ ਨਰਕ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ। ਗੁਰੂ ਜੀ ਜੋ ਸਾਨੂੰ ਗੁਣ ਦੱਸ ਰਹੇ ਨੇ, ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਇਹ ਇੱਕੋ ਇੱਕ ਸਾਧਨ ਹੈ। ਗੁਰ ਸਤਿਗੁਰ ਪਿੱਛੇ ਤਰ ਗਿਆ, ਜਿਉਂ ਲੋਹਾ ਕਾਟ ਸੰਗੋਇਆ। ਸੰਗੋਇਆ ਦਾ ਮਤਲਬ ਲੱਕੜੀ ਦੇ ਨਾਲ, ਸੰਗ ਦੇ ਨਾਲ। ਕਾਠ ਦਾ ਮਤਲਬ ਲੱਕੜੀ, ਲੋਹਾ ਦਾ ਮਤਲਬ ਲੋਹਾ। ਗੁਰ ਸਤਿਗੁਰ ਪਿੱਛੇ ਤਰ ਗਿਆ। ਹੁਣ ਲੋਹਾ ਕਾਠ ਸੰਗੋਇਆ ਦਾ ਮਤਲਬ ਜਿਵੇਂ ਕਾਠ ਦੇ ਨਾਲ ਲੋਹਾ ਤਰ ਜਾਂਦਾ। ਇੱਕ ਲੱਕੜੀ ਤਰੀ ਜਾ ਰਹੀ ਹੈ ਤੇ ਜੇ ਲੱਕੜੀ ਦੇ ਵਿੱਚ ਕੋਈ ਕਿੱਲ ਠੁਕਿਆ ਤੇ ਉਹ ਵੀ ਤਰਦਾ ਜਾ ਰਿਹਾ ਹੈ। ਵੈਸੇ ਕਿੱਲ ਸੁੱਟੋਗੇ ਪਾਣੀ ਦੇ ਵਿੱਚ ਡੁੱਬ ਜਾਏਗਾ, ਪਰ ਲੱਕੜੀ ਦੇ ਨਾਲ ਤਰੀ ਜਾਂਦਾ ਨਾ। ਹੁਣ ਜਿਵੇਂ ਕਿਸ਼ਤੀ ਹੈ, ਜੇ ਤੁਸੀਂ ਪਾਣੀ ਵਿੱਚ ਲੋਹਾ ਸੁੱਟੋਗੇ ਤਾਂ ਤਰ ਜਾਏਗਾ, ਪਰ ਜੇ ਕਿਸ਼ਤੀ ਦੇ ਵਿੱਚ ਕੋਈ 5-10-20 ਮਣ ਲੋਹਾ ਰੱਖ ਕੇ ਪਰਲੇ ਪਾਸੇ ਲਿਜਾਓਗੇ ਤਾਂ ਚਲਾ ਜਾਏਗਾ। ਲੋਹਾ ਵੀ ਤਰ ਗਿਆ ਨਾ ਲੱਕੜੀ ਦੇ ਨਾਲ। ਜਿਵੇਂ ਲੱਕੜੀ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਗੁਰੂ ਸਤਿਗੁਰ ਪਿੱਛੇ ਤਰ ਗਿਆ। ਐਵੇਂ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਮਨਮੁਖ ਬੰਦਾ ਵੀ ਤਰ ਜਾਂਦਾ ਹੈ, ਪਾਪੀ ਵੀ ਤਰ ਜਾਂਦਾ ਹੈ, ਜੇ ਗੁਰੂ ਦੇ ਜਹਾਜ਼ ਤੇ ਚੜ ਜਾਏ, ਜੇ ਗੁਰੂ ਦੇ ਸਿਧਾਂਤਾਂ ਨੂੰ ਅਪਣਾ ਲਵੇ, ਜੇ ਗੁਰੂ ਦੀ ਸੋਚ ਦਾ ਧਾਰਨੀ ਹੋ ਜਾਏ। ਤਾਂ ਜਿਹੜਾ ਨੈਗੇਟਿਵ ਬੰਦਾ ਹੈ, ਜੋ ਪਾਪੀ ਹੈ, ਅਪਰਾਧੀ ਹੈ, ਪਤਿਤ ਹੈ, ਜੋ ਵਿਕਾਰਾਂ ਦੇ ਵਿੱਚ ਗਰਕਿਆ ਪਿਆ ਹੈ, ਜੋ ਨਿੰਦਿਆ ਦੇ ਖੂਹ ਵਿੱਚ ਪਿਆ ਹੋਇਆ ਹੈ, ਉਹਦਾ ਵੀ ਪਾਰ ਉਤਾਰਾ ਹੋ ਸਕਦਾ ਹੈ ਜੇ ਉਹ ਗੁਰੂ ਦੇ ਨਾਲ ਲੱਗ ਜਾਏ, ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਤੇ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਮਤਲਬ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲੇ, ਜੋ ਗੁਰੂ ਦੀ ਸੋਚ ਦਾ ਧਾਰਨੀ ਹੋ ਜਾਏ, ਜੋ ਆਪਣੀ ਮਨ ਦੀ ਮੱਤ ਨੂੰ ਛੱਡ ਕੇ ਜੇ ਗੁਰੂ ਦੀ ਮੱਤ ਨੂੰ ਅਪਣਾ ਲਵੇ, ਤਾਂ ਹਰ ਬੰਦੇ ਦਾ ਪਾਰ ਉਤਾਰਾ ਹੋ ਸਕਦਾ ਹੈ, ਪਾਪੀਆਂ ਅਪਰਾਧੀਆਂ ਦਾ ਬਚ ਸਕਦੇ ਨੇ ਉਹ। ਔਰ ਬਿਲਕੁਲ ਸਹੀ ਗੱਲ ਹੈ ਔਰ ਸੌਖੀ ਹੈ। ਜੇ ਅਸੀਂ ਗੁਰੂ ਦੇ ਨਾਲ ਬਚਨਾਂ ਤੇ ਵਿਸ਼ਵਾਸ ਕਰ ਲਈਏ, ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਈਏ, ਅੱਜ ਤੋਂ ਸੱਚ ਬੋਲਣਾ ਸ਼ੁਰੂ ਕਰ ਦਈਏ, ਪਿਆਰ ਨਾਲ ਰਹਿਣਾ ਸ਼ੁਰੂ ਕਰ ਦਈਏ, ਤਾਂ ਅੱਜ ਹੀ ਪਾਰ ਉਤਾਰਾ ਹੋ ਜਾਣਾ ਹੈ। ਸੱਚ ਦੇ ਨਾਲ ਜੁੜਿਆ ਹੋਣਾ ਹੈ ਪਾਰ ਉਤਾਰਾ, ਪ੍ਰੇਮ ਨਾਲ ਜੁੜਿਆ ਹੋਣਾ ਹੈ, ਗੁਰੂ ਦੀ ਬਾਣੀ ਨਾਲ ਜੁੜਨ ਨਾਲ ਹੋ ਜਾਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਲੱਕੜੀ ਦੇ ਨਾਲ ਲੋਹਾ ਤਰ ਜਾਂਦਾ ਹੈ ਲੱਕੜੀ ਦਾ ਸੰਗ ਕਰਕੇ, ਐਵੇਂ ਗੁਰੂ ਦਾ ਸੰਗ ਕਰਕੇ, ਗੁਰੂ ਦੀ ਬਾਣੀ ਦਾ ਸੰਗ ਕਰਕੇ ਨਿੰਦਕ ਵੀ ਤਰ ਸਕਦੇ ਨੇ। ਉਹ ਇਸ ਰੋਗ ਤੋਂ ਬਚ ਸਕਦੇ ਨੇ, ਨੈਗੇਟਿਵਿਟੀ ਤੋਂ ਬਚਿਆ ਜਾ ਸਕਦਾ ਹੈ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਹੁਣ ਦੇਖੋ ਦੋ ਚੀਜ਼ਾਂ ਕਹੀਆਂ ਨੇ, ਜਨ ਨਾਨਕ ਨਾਮ ਧਿਆਏ ਤੂੰ, ਫਿਰ ਅੱਗੇ ਕਿਹਾ ਹੈ ਜਪ ਹਰ ਹਰ ਨਾਮ ਸੁਖ ਹੋਇਆ। ਯਾਨੀ ਜਪ ਵੀ ਕਿਹਾ ਹੈ, ਧਿਆਏ ਵੀ ਕਿਹਾ ਹੈ। ਤਾਂ ਜਿੱਥੇ ਜਪ ਸ਼ਬਦ ਆਵੇ, ਧਿਆਏ ਆਵੇ, ਸਿਮਰ ਆਵੇ, ਉਹਨਾਂ ਸਾਰਿਆਂ ਦਾ ਮਤਲਬ ਹੁੰਦਾ ਹੈ ਅਮਲ ਕਰਨਾ, ਤੇ ਨਾਮ ਦਾ ਮਤਲਬ ਹੈ ਹੁਕਮ। ਜਨ ਨਾਨਕ ਨਾਮ ਧਿਆਏ ਤੂੰ, ਕਿ ਐ ਮੇਰੇ ਮਨਾ, ਤੂੰ ਨਾਮ ਨੂੰ ਆਪਣੇ ਧਿਆਨ ਵਿੱਚ ਰੱਖ, ਹੁਕਮ ਨੂੰ। ਇਹ ਗੱਲ ਆਪਣੇ ਧਿਆਨ ਵਿੱਚ ਬਿਠਾ ਲੈ ਕਿ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਕਿ ਮੈਂ ਹੁਕਮ ਵਿੱਚ ਤੁਰਨਾ ਹੈ। ਸਾਰੀ ਸ੍ਰਿਸ਼ਟੀ ਹੁਕਮ ਵਿੱਚ ਕੰਮ ਕਰ ਰਹੀ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਜਪ ਹਰ ਹਰ, ਜਪ ਦਾ ਮਤਲਬ ਜਾਣ ਸਮਝ, ਉਹਦੇ ਨਾਲ ਜਾਣ ਪਹਿਚਾਨ ਬਣਾ। ਜਪ ਦਾ ਮਤਲਬ ਜਾਣ, ਉਹਨੂੰ ਵੇਖ, ਇੰਪਲੀਮੈਂਟ ਕਰ। ਜਪ ਹਰ ਹਰ, ਹਰੀ ਨੂੰ ਜਾਣ। ਹਰ ਸ਼ਬਦ ਹੀ ਇਸ ਕਰਕੇ ਵਰਤਿਆ ਹੈ ਕਿ ਉਹ ਹਰ ਥਾਂ ਤੇ ਹੈ। ਹਰ ਥਾਂ ਤੇ ਉਹਨੂੰ ਵੇਖ, ਹਰ ਥਾਂ ਤੇ ਗੁਣਾਂ ਨੂੰ ਅਨੁਭਵ ਕਰ, ਹਰ ਥਾਂ ਤੇ ਗੁਣਾਂ ਦਾ ਧਾਰਨੀ ਹੋ। ਉਹ ਹਰ ਇੱਕ ਥਾਂ ਤੇ ਹੈ, ਹਰ ਇੱਕ ਦੇ ਵਿੱਚ ਹੈ। ਉਹ ਹਰ ਇਸ ਕਰਕੇ ਹੈ ਕਿ ਉਹ ਹਰ ਇੱਕ ਦਾ ਹੈ। ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਬਾਪੇ ਦਾ ਮਤਲਬ ਬਾਪ, ਰੱਬ ਕਿਸੇ ਦੇ ਪਿਓ ਦਾ ਨਹੀਂ। ਜਿਵੇਂ ਅਸੀਂ ਕਹਿੰਦੇ ਨਾ ਵੀ ਗਲੀ ਚੋਂ ਨਾ ਲੰਘ, ਤੇ ਅਸੀਂ ਕਹਿੰਦੇ ਗਲੀ ਤੇਰੇ ਪਿਓ ਦੀ ਨਹੀਂ, ਗਲੀ ਸਾਂਝੀ ਹੈ। ਐਵੇਂ ਰੱਬ ਕਿਸੇ ਦੇ ਪਿਓ ਦਾ ਨਹੀਂ। ਆਪਨ ਬਾਪੇ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਉਹ ਤਾਂ ਸਾਰਿਆਂ ਦਾ ਪਿਆਰ ਕਰਦਾ ਹੈ, ਸਾਰਿਆਂ ਦੇ ਨਾਲ ਜਿਹੜਾ ਵੀ ਪਿਆਰ ਕਰੇ ਉਹਦਾ ਹੈ। ਰੱਬ ਕਿਸੇ ਦੀ ਪ੍ਰੋਪਰਟੀ ਨਹੀਂ ਕਿ ਕੌਣ ਮੰਨ ਸਕਦਾ ਤੇ ਕੌਣ ਨਹੀਂ ਮੰਨ ਸਕਦਾ।
ਰੱਬ ਹਰ ਇੱਕ ਲਈ ਹੈ। ਇਹ ਨਹੀਂ ਕਿ ਬਾਣੀ ਸਿਰਫ ਭਾਈਆਂ ਗ੍ਰੰਥੀਆਂ ਨੇ ਪੜ੍ਹਨੀ ਹੈ, ਸਾਰਿਆਂ ਲਈ, ਸਾਰੇ ਇਹਦੇ ਤੇ ਅਮਲ ਕਰਨਾ, ਸਾਰਿਆਂ ਨੇ ਅਮਲ ਕਰਨਾ ਹੈ। ਹਰ ਹਰਿਆਂ ਕਰਨ ਵਾਲਾ ਹੈ, ਸਾਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਨ ਵਾਲਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਇਸ ਲਈ ਗੁਰੂ ਜੀ ਕਹਿੰਦੇ ਨੇ ਉਸ ਹਰੀ ਨੂੰ ਜਾਣ, ਉਹਨੂੰ ਸਮਝ, ਹਰ ਥਾਂ ਤੇ ਅਨੁਭਵ ਕਰ। ਨਾਮ ਸੁਖ ਹੋਇਆ, ਨਾਮ ਦੇ ਮੰਮੇ ਨਾਲ ਸਿਹਾਰੀ ਹੈ। ਨਾਮ ਵਿੱਚ, ਨਾਮ ਰਾਹੀਂ, ਹੁਕਮ ਵਿੱਚ ਤੁਰਿਆ ਸੁਖ ਹੁੰਦਾ ਹੈ। ਜੇ ਹੁਕਮ ਵਿੱਚ ਤੁਰੇਗਾ, ਰਜਾ ਵਿੱਚ ਚੱਲੇਗਾ, ਤਾਂ ਤੇਰੀ ਜ਼ਿੰਦਗੀ ਦੇ ਅੰਦਰ ਸੁਖ ਹੋਵੇਗਾ। ਪਰ ਦੇਖੋ, ਜੇ ਅਸੀਂ ਇਹਨਾਂ ਨੂੰ ਆਪਣੇ ਘਰ ਪਰਿਵਾਰ ਵਿੱਚ ਲਾ ਕੇ ਵੇਖੀਏ ਤਾਂ ਘਰ ਪਰਿਵਾਰ ਦੇ ਸੁੱਖਾਂ ਦੇ ਕੁਝ ਨਿਯਮ ਨੇ ਨਾ। ਵੱਡਿਆਂ ਦਾ ਸਤਿਕਾਰ, ਹਮ ਉਮਰ ਨਾਲ ਪਿਆਰ, ਨਿੱਕਿਆਂ ਦੇ ਨਾਲ ਸਨੇਹ, ਘਰ ਦਾ ਕੋਈ ਸਾਂਝਾ ਗੋਲ ਬਣਾ ਕੇ ਉਸ ਗੋਲ ਮੁਤਾਬਕ ਜ਼ਿੰਦਗੀ ਜੀਣੀ, ਇੱਕ ਦੂਜੇ ਦੇ ਵਿਸ਼ਵਾਸ ਦੇ ਪਾਤਰ ਬਣਨਾ, ਤਾਂ ਹੀ ਘਰ ਵਿੱਚ ਸੁੱਖ ਹੋਏਗਾ ਨਾ। ਇਹ ਨਿਯਮ ਹੈ। ਤੇ ਜੇ ਇਸ ਨਿਯਮ ਨੂੰ ਕੋਈ ਤੋੜੇਗਾ ਤਾਂ ਉਹ ਆਪ ਵੀ ਪਰੇਸ਼ਾਨ ਹੋਏਗਾ, ਦੂਜਿਆਂ ਨੂੰ ਵੀ। ਘਰਾਂ ਦੇ ਵਿੱਚ ਇੱਕ ਇੱਕ ਜੀ ਕਈ ਵਾਰ ਐਸਾ ਜੰਮ ਪੈਂਦਾ, ਉਹ ਸਾਰੇ ਪਰਿਵਾਰ ਦਾ ਬੇੜਾ ਕਰ ਦਿੰਦਾ। ਤੇ ਜਿੱਥੇ ਸਾਰੇ ਪਰਿਵਾਰ ਦੀ ਜੀ ਐਸੇ ਹੁਣ, ਉੱਥੋਂ ਦਾ ਕੀ ਹਾਲ ਬਣੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਤੂੰ ਪ੍ਰਭੂ ਦੇ ਹੁਕਮ ਦੇ ਅੰਦਰ ਆਪਣਾ ਧਿਆਨ ਧਰ, ਆਪਣੇ ਧਿਆਨ ਵਿੱਚ ਇਹ ਚੀਜ਼ ਵਸਾ, ਆਪਣੀ ਸੁਰਤ ਵਿੱਚ ਵਸਾ, ਆਪਣੀ ਸੋਚ ਵਿੱਚ ਇਹ ਚੀਜ਼ ਵਸਾ ਕਿ ਰੱਬੀ ਹੁਕਮ ਵਿੱਚ ਰਹਿਣਾ ਹੈ, ਨਿਯਮਾਵਲੀ ਦੇ ਵਿੱਚ ਤੁਰਨਾ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਜਪ ਦਾ ਮਤਲਬ ਉਹਨੂੰ ਜਾਣ, ਰੱਬ ਨੂੰ ਹਰ ਥਾਂ ਤੇ ਜਾਣ, ਉਹਨੂੰ ਸਮਝ, ਉਹਦੇ ਨਾਲ ਜਾਣ ਪਛਾਣ ਬਣਾ। ਨਾਮ ਸੁਖ ਹੋਇਆ, ਹੁਕਮ ਦੇ ਅੰਦਰ ਚੱਲਿਆ, ਤੇਰੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋ ਜਾਏਗਾ। ਜੇਕਰ ਨਾਮ ਨਾਲ, ਹੁਕਮ ਦੇ ਨਾਲ ਨਹੀਂ ਜੁੜਿਆ ਤਾਂ ਜੀਵਨ ਦੇ ਅੰਦਰ ਸੁਖ ਨਹੀਂ ਹੋ ਪਾਏਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹੁਕਮ ਦੇ ਨਾਲ ਜੁੜ ਸਕੀਏ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ, ਮਹਿਲਾ ਚੌਥਾ। ਵੱਡ ਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਇਹ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1421 ਤੇ ਵੀ ਆਉਂਦਾ ਹੈ ਸੇਮ ਸ਼ਲੋਕ ਗੁਰੂ ਰਾਮਦਾਸ ਜੀ ਦਾ। ਵੱਡ ਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਜਿਨ੍ਹਾਂ ਜੀਵ ਇਸਤਰੀਆਂ ਨੂੰ ਗੁਰੂ ਦੇ ਜ਼ਰੀਏ ਪ੍ਰਭੂ ਮਿਲ ਪਿਆ ਹੈ। ਵੱਡ ਭਾਗੀਆਂ ਸੁਹਾਗਣੀ, ਉਹ ਵੱਡੇ ਭਾਗਾਂ ਵਾਲੀਆਂ ਨੇ, ਉਹ ਸੁਹਾਗ ਭਾਗ ਵਾਲੀਆਂ ਨੇ, ਉਹਨਾਂ ਦਾ ਜੀਵਨ ਸੁਹਾਵਣਾ ਹੈ, ਉਹ ਸੁਹਾਗ ਭਾਗ ਵਾਲੀਆਂ ਨੇ। ਜਿਵੇਂ ਅਸੀਂ ਕਹਿੰਦੇ ਨਾ, ਸਦਾ ਸੁਹਾਗਣ, ਵੀ ਸਦਾ ਸੁਹਾਗਵੰਤੀ ਹੋ ਔਰਤਾਂ ਨੂੰ ਦਿੱਤਾ ਜਾਂਦਾ ਹੈ, ਆਸ਼ੀਰਵਾਦ ਲੋਕ ਦਿੰਦੇ ਨੇ ਨਾ। ਪਰ ਅਜੀਬ ਜੀ ਗੱਲ ਹੈ, ਜਦੋਂ ਔਰਤ ਨੂੰ ਦਿੱਤਾ ਜਾਂਦਾ ਨਾ ਵਰ, ਜਾਂ ਮਤਲਬ ਵਰ ਕਹਿ ਰਿਹਾ ਵਾਂ, ਅਸ਼ੀਸ਼, ਕਿ ਸੁਹਾਗ ਭਾਗ ਵਾਲੀ ਹੋ, ਤੇ ਅਸਲੀ ਉਹਨੂੰ ਕਿਹਾ ਜਾ ਰਿਹਾ ਹੈ ਵੀ ਤੇਰਾ ਪਤੀ ਜਿਉਂਦਾ ਰਹੇ, ਤੂੰ ਮਰਨਾ ਬੇਸ਼ੱਕ ਮਰ ਜਾ, ਵੀ ਸਦਾ ਸੁਹਾਗਣ ਰਹੋ। ਖੈਰ, ਵੱਖਰਾ ਟੌਪਿਕ ਹੈ। ਫਿਰ ਵੀ ਸਦਾ ਸੁਹਾਗਣ ਰਹੋ ਦਾ ਮਤਲਬ ਜਦੋਂ ਤੱਕ ਜਿਉਂਦੀ ਰਹੇਗੀ, ਤੇਰੇ ਸਿਰ ਦੇ ਉੱਤੇ ਸਾਈਂ ਜਿਉਂਦਾ ਰਹੇ। ਤਾਂ ਗੁਰੂ ਜੀ ਇੱਥੇ ਕਹਿੰਦੇ ਨੇ, ਉਹ ਜੀਵ ਵੱਡੇ ਭਾਗਾਂ ਵਾਲੇ ਨੇ, ਉਹ ਸੁਹਾਗ ਭਾਗ ਵਾਲੇ ਨੇ, ਜਿਨ੍ਹਾਂ ਨੂੰ ਗੁਰੂ ਦੇ ਜ਼ਰੀਏ ਪ੍ਰਭੂ ਮਿਲ ਪੈਂਦਾ, ਜੋ ਰੱਬ ਦੇ ਅੰਦਰ ਲੀਨ ਹੋ ਜਾਂਦਾ। ਤਾਂ ਜੇ ਅਸੀਂ ਵੀ ਸदैवी ਸੁਖ ਚਾਹੁੰਦੇ ਹਾਂ ਤਾਂ ਸਾਨੂੰ ਇਥੋਂ ਜੀਣ ਲਈ ਇਹ ਢੰਗ ਮਿਲ ਰਿਹਾ ਕਿ ਅਸੀਂ ਵੀ ਗੁਰੂ ਦੇ ਜ਼ਰੀਏ ਰੱਬ ਵਿੱਚ ਮਿਲ ਜਾਈਏ, ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਮਿਲਾ ਦਈਏ। ਤੇ ਉਹਨਾਂ ਦਾ ਕੀ ਹੁੰਦਾ ਹੈ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ। ਨਾਮ ਵਿੱਚ ਜੋ ਸਮਾ ਜਾਂਦੇ ਨੇ, ਨਾਮ ਦੇ ਅੰਦਰ ਸਮਾ ਜਾਂਦੇ ਨੇ, ਯਾਨੀ ਹੁਕਮ ਦੇ ਅੰਦਰ ਸਮਾ ਜਾਂਦੇ ਨੇ, ਯਾਨੀ ਜੋ ਹੁਕਮ ਅਨੁਸਾਰ ਜ਼ਿੰਦਗੀ ਜੀਂਦੇ ਨੇ, ਅੰਤਰ ਜੋਤ ਪ੍ਰਗਾਸੀਆ, ਉਹਨਾਂ ਦੇ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋ ਜਾਂਦੀ, ਉਹਨਾਂ ਦੇ ਅੰਦਰ ਰੱਬੀ ਗੁਣ ਪੈਦਾ ਹੋ ਜਾਂਦੇ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਉਹਨਾਂ ਦੇ ਬੋਲਾਂ ਵਿੱਚ, ਉਹਨਾਂ ਦੇ ਸੁਭਾਅ ਅੰਦਰ, ਉਹਨਾਂ ਦੇ ਬਿਹੇਵੀਅਰ ਦੇ ਅੰਦਰ ਸਾਰੇ ਰੱਬੀ ਗੁਣ ਆ ਜਾਂਦੇ ਨੇ। ਉਹਨਾਂ ਦੇ ਅੰਦਰੋਂ ਹੀ ਜੋਤ ਪ੍ਰਕਾਸ਼ਿਤ ਹੋ ਜਾਂਦੀ, ਉਹ ਆਪਣੇ ਅੰਦਰ ਹੀ ਵਸਦੇ ਪ੍ਰਭੂ ਨੂੰ ਵੇਖ ਲੈਂਦੇ ਨੇ, ਗੁਣ ਸਰੂਪ ਨੂੰ। ਕੌਣ ਵੇਖ ਲੈਂਦੇ ਨੇ? ਜਨ ਨਾਨਕ ਨਾਮ ਸਮਾਏ, ਜੋ ਨਾਮ ਵਿੱਚ ਸਮਾ ਜਾਂਦੇ ਨੇ। ਨਾਮ ਦਾ ਮਤਲਬ ਇੱਥੇ ਹੈ ਹੁਕਮ, ਹੁਕਮ ਰਜ਼ਾਈ ਚੱਲਣਾ। ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬੀ ਹੁਕਮ ਹੈ, ਜਿਨ੍ਹਾਂ ਦੀ ਸੋਚ ਹੁਕਮ ਅੰਦਰ ਸਮਾ ਗਈ ਹੈ, ਉਹਨਾਂ ਦੇ ਅੰਦਰੋਂ ਉਹ ਰੱਬੀ ਜੋਤ ਪ੍ਰਗਟ ਹੋ ਜਾਏਗੀ। ਉਹ ਫਿਰ ਮਹਿਸੂਸ ਕਰਨਗੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ,
ਪਤਿਤ ਪਾਵਨ ਨਾਮ ਕੈਸੇ ਹੁੰਦਾ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਅੱਜ ਦੀ ਵਿਚਾਰ ਵਿੱਚ ਤਾਂ ਉਹ ਅਨਮਿਊਟ ਹੋ ਜਾਓ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਵੀ ਅਨਮਿਊਟ ਹੋ ਜਾਓ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ ਤੇ ਬਾਰ-ਬਾਰ ਨਾ ਕਹਿਣਾ ਪਵੇ, ਇਸ ਲਈ ਅਨਮਿਊਟ ਜਲਦੀ ਹੋ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ